ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਹਾਂਜੀ। ਅਧਿਆਏ 55ਵਾਂ ਦੋਹਰਾ ਖੁਸ਼ੀ ਕਰਹੁ ਨਿਜ ਪੀਰ ਜੀ ਸਭ ਸਥਾਨ ਨਿਜ ਜਾਨ ਹਾਂਜੀ। ਦੇਹੋ ਦਰਸ਼ਨ ਕੋ ਦਿਨ ਇਹਾਂ ਮਮ ਇਛ ਪੂਰਨ ਠਾਨ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੇ ਉੱਤੇ ਹੀ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁਖ ਨਿਧਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ। ਛੇਵੇਂ ਪਾਤਸ਼ਾਹ ਬਟ ਜੋਧੇ ਪਰਉਪਕਾਰੀ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਦੀ ਸਰਵਣ ਕਰ ਰਹੇ ਹੋ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਦੀ ਧਰਤੀ 'ਤੇ ਪਹੁੰਚੇ ਹੋਏ ਹਨ। ਕੱਲ੍ਹ ਆਪ ਜੀ ਨੇ ਸੁਣਿਆ ਜਹਾਂਗੀਰ ਬਾਦਸ਼ਾਹ ਦੇ ਨਾਲ ਗੁਰੂ ਜੀ ਦਾ ਪਹਿਲਾ ਮੇਲਾ ਹੁੰਦਾ ਹੈ ਜੀ। ਜਹਾਂਗੀਰ ਬਾਦਸ਼ਾਹ ਨੇ ਆਪਣੇ ਬਰਾਬਰ ਇੱਕ ਚੌਂਕੀ ਢਵਾਈ ਹੈ ਜਿਸ ਉੱਤੇ ਗੁਰੂ ਜੀ ਆ ਕੇ ਸੱਦੇ ਹੈ ਜੀ। ਜਹਾਂਗੀਰ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਹੈ, ਦਰਸ਼ਨ ਕਰਕੇ ਮਨ ਵਿੱਚ ਸੋਚਣ ਲੱਗਾ
ਕਿ ਗੁਰੂ ਨਾਨਕ ਸਾਹਿਬ ਜੀ ਦੀ ਇਹ ਗੱਦੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਸੰਤ ਪੀਰ ਫਕੀਰ ਜਿਹੜੇ ਆ ਉਹ ਬੈਠਦੇ ਰਹੇ ਆ। ਇਹਨਾਂ ਨੇ ਰਾਜਿਆਂ ਵਾਲੇ ਕੱਪੜੇ ਪਾਏ ਆ। ਪਤਾ ਨਹੀਂ ਇਹਨਾਂ ਦਾ ਮਨ ਗੁਰੂਆਂ ਵਾਲਾ ਹੈਗਾ ਜਾਂ ਨਹੀਂ ਹੈਗਾ। ਇਹ ਗੱਲ ਸੋਚ ਕੇ ਰਾਜੇ ਨੇ, ਬਾਦਸ਼ਾਹ ਨੇ ਮਹਾਰਾਜ ਜੀ ਨੂੰ ਪ੍ਰਸ਼ਨ ਕੀਤਾ ਜੀ। ਉਹ ਪ੍ਰਸ਼ਨ ਤੁਸੀਂ ਸੁਣਿਆ। ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ ਜੀ ਹਿੰਦੂ ਧਰਮ ਵੱਡਾ ਹੈ ਜਾਂ ਮੁਸਲਮਾਨ ਧਰਮ ਵੱਡਾ ਹੈ? ਹਿੰਦੂ ਕਹਿੰਦੇ ਅਸੀਂ ਵੱਡੇ ਹਾਂ, ਮੁਸਲਮਾਨ ਕਹਿੰਦੇ ਅਸੀਂ ਵੱਡੇ ਹਾਂ। ਤੁਸੀਂ ਨਿਰਣਾ ਦਿਓ ਵੀ ਵੱਡਾ ਕੌਣ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਜਿਹੜੇ ਬਚਨ ਕੀਤੇ ਬਾਦਸ਼ਾਹ ਦੇ ਸਾਰੇ ਸੰਕੇ ਹੀ ਹੱਲ ਕਰ ਦਿੱਤੇ ਜੀ। ਇਹੋ ਹੀ ਸਵਾਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕੀਤਾ ਸੀਗਾ ਜੀ। ਜੋ ਜਵਾਬ ਉੱਤਰ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਉਹੋ ਹੀ ਉੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ ਜੀ। ਤੁਸੀਂ ਸੰਗਤ ਜੀ ਸੁਣਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਸੁਣਾਇਆ ਸੀਗਾ ਜਿਹਦੇ ਵਿੱਚ ਆਖਿਆ ਸੀਗਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਆਖੋ ਵਾਹਿਗੁਰੂ। ਇਹ ਸ਼ਬਦ ਮਹਾਰਾਜ ਜੀ ਨੇ ਉਚਾਰ ਕੇ ਦੱਸਿਆ। ਬਾਦਸ਼ਾਹ ਦੇ ਮਨ ਦੇ ਬੜੇ ਸ਼ੰਕੇ ਹੱਲ ਕੀਤੇ ਮਹਾਰਾਜ ਨੇ। ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਨੂੰ ਕਹਿੰਦੇ ਬਾਦਸ਼ਾਹ ਵੱਡਾ ਉਹ ਹੈ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ। ਧਰਮ ਕਰਕੇ ਕੋਈ ਨਹੀਂ ਵੱਡਾ ਹੁੰਦਾ, ਜਿਹੜਾ ਨਾਮ ਜਪਦਾ ਹੈ ਉਹੀ ਵੱਡਾ ਹੁੰਦਾ ਹੈ ਜੀ। ਬਾਦਸ਼ਾਹ ਦੀ ਬੜੀ ਤਸੱਲੀ ਹੋਈ ਸਤਿਗੁਰੂ ਜੀ ਦੇ ਉੱਤਰ ਸੁਣ ਕੇ, ਸਤਿਗੁਰਾਂ ਦੇ ਬਚਨ ਸੁਣ ਕੇ ਜੀ। ਬਾਦਸ਼ਾਹ ਬੜਾ ਪ੍ਰਸੰਨ ਹੋਇਆ ਜੀ। ਬਾਦਸ਼ਾਹ ਮਹਾਰਾਜ ਜੀ ਨੂੰ ਧੰਨ ਧੰਨ ਕਹਿਣ ਲੱਗਾ। ਕੱਲ ਤੁਸੀਂ ਸਾਰਾ ਜਵਾਬ ਵਿਸਥਾਰ ਵਿੱਚ ਸੁਣ ਲਿਆ ਸੀਗਾ ਜੀ। ਹੁਣ ਸੰਗਤ ਜੀ ਇਹਦੇ ਤੋਂ ਅੱਗੇ ਜਿਹੜੀ ਕਥਾ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਾਂਗੇ। ਕੋਈ ਰਸਨਾਵਾਂਝੀ ਨਾ ਰਹੇ, ਪਿਆਰ ਵਿੱਚ ਆਓ। ਸਾਰੀ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਇੰਨੇ ਵੱਡੇ ਗੁਰੂ ਜੀ ਬੜੇ ਵੱਡੇ ਗੁਰੂ ਹਰਗੋਬਿੰਦ ਸਾਹਿਬ। ਹਾਂਜੀ ਤੇ ਗੁਰੂ ਜੀ ਦਾ ਨਾਮ ਵੇਖੋ ਅਸੀਂ ਕਿੰਨੀ ਹੌਲੀ ਹੌਲੀ ਲੈਂਦੇ ਹਾਂ ਜੀ। ਸਾਡਾ ਪੋਥੀ ਵਾਲਾ ਵੀ ਬੜੀ ਹੌਲੀ ਹੌਲੀ ਨਾਮ ਲੈਂਦਾ ਹੈ ਜੀ। ਹਾਂਜੀ ਗੱਜ ਕੇ ਸਾਰੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਇੱਕ ਵਾਰੀ ਗੂੰਜਾਂ ਪਾ ਦਿਓ ਫਿਰ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖੁੱਲ ਕੇ ਬੋਲ ਕਰ ਚੌਪਈ ਇਮ ਕਹਿ ਸੁਨ ਕੇ ਕਰੇ ਬਿਸਰਜਨ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਖੁਸ਼ੀ ਕਰੋ ਨਿਜ ਪੀਰ ਜੀ ਸਭ ਸਥਾਨ ਨਿਜ ਜਾਨ। ਬਾਦਸ਼ਾਹ ਮਹਾਰਾਜ ਨੂੰ ਕਹਿੰਦਾ ਪੀਰ ਜੀ ਸਾਰੀ ਦਿੱਲੀ ਤੁਹਾਡੀ ਹੈ। ਕਹਿਣ ਲੱਗਾ ਜਿੱਥੇ ਮਰਜ਼ੀ ਵਿਚਰੋ, ਦੇਹੋ ਦਰਸ਼ਨ ਕੋ ਦਿਨ ਇਹਾਂ ਮਾਮੇ ਚ ਪੂਰਨ ਠਾਨ। ਕੁਝ ਦਿਨ ਇੱਥੇ ਰਹੋ। ਕਹਿਣ ਲੱਗਾ ਮੇਰੀ ਇੱਛਾ ਪੂਰੀ ਕਰੋ, ਕੁਝ ਦਿਨ ਦਿੱਲੀ ਵਿੱਚ ਹੀ ਰਹੋ ਜੀ। ਫਿਰ ਪੜੋ ਚੌਪਈ ਇਮ ਕਹਿ ਸੁਨ ਕੇ ਕਰੇ ਵਿਸਰਜਨ। ਹਜੂਰ ਮਹਾਰਾਜ ਨੂੰ ਇਹ ਕਹਿ ਕੇ ਕਰੇ ਵਿਸਰਜਨ। ਵਿਸਰਜਨ ਦਾ ਅਰਥ ਹੁੰਦਾ ਤੋਰ ਦੇਣਾ ਜੀ। ਇਹ ਕਹਿ ਕੇ ਗੁਰੂ ਜੀ ਨੂੰ ਆਪਣੇ ਆਸਣ ਵੱਲ ਤੋਰਿਆ ਜੀ ਉਹਨੇ। ਹਾਂਜੀ ਉਠ ਨਿਕਸੇਲੇ ਆਪਣੇ ਸਿੱਖ ਜਨ। 5 ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹਨ। ਸਤਿਗੁਰੂ ਜੀ ਨੇ ਉਹ 5 ਸਿੱਖ ਲਏ ਜੀ। ਮਹਾਰਾਜ ਆਪਣੇ ਅਸਥਾਨਾਂ ਵੱਲ ਤੁਰ ਪਏ ਜੀ ਮਜਨੂ ਢਿੱਲੇ। ਹਾਂਜੀ ਸ਼ਾਹੋ ਸਭਾ ਬਰਖਾਸਤ ਭਈ। ਬਾਦਸ਼ਾਹ ਦੀ ਸਭਾ ਬਰਖਾਸਤ ਹੋ ਗਈ ਜੀ, ਸੰਪੂਰਨ ਖਤਮ ਹੋ ਗਈ ਜੀ। ਹਾਂਜੀ ਨਿਜ ਨਿਜ ਥਾਨ ਸਕਲ ਚਲ ਗਈ। ਬਾਦਸ਼ਾਹ ਵੀ ਆਪਣੀ ਥਾਂ ਤੇ ਚਲੇ ਗਿਆ, ਵਜ਼ੀਰ ਖਾਂ ਵੀ, ਸਤਿਗੁਰੂ ਜੀ ਵੀ, ਸਭ ਆਪੋ ਆਪਣੀਆਂ ਥਾਵਾਂ ਤੇ ਚਲੇ ਗਏ ਜੀ। ਹਾਂਜੀ ਆਏ ਸ੍ਰੀ ਸਤਿਗੁਰ ਨਿਜ ਡੇਰੇ। ਆਖੋ ਵਾਹਿਗੁਰੂ।
ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਡੇਰੇ ਆ ਗਏ ਜੀ, ਆਪਣੇ ਸਥਾਨ ਤੇ ਆ ਗਏ। ਮਜਨੂ ਟਿੱਲੇ ਮਹਾਰਾਜ ਆਏ ਜੀ। ਹਾਂਜੀ, ਚਹੋਂ ਦਿਸ਼ ਬੰਧਨ ਹੋਤ ਕਨੇਰੇ। ਜਦੋਂ ਮਹਾਰਾਜ ਰਸਤੇ ਵਿੱਚ ਆ ਰਹੇ ਆ ਨਾ, ਬਹੁਤ ਲੋਕ ਮਹਾਰਾਜ ਨੂੰ ਨਮਸਕਾਰਾਂ ਕਰ ਰਹੇ ਆ ਜੀ। ਚਾਰੇ ਪਾਸਿਓਂ ਲੋਕ ਆ ਕੇ ਮੱਥੇ ਟੇਕਦੇ ਆ, ਨਮਸਕਾਰਾਂ ਕਰਦੇ ਆ ਮਹਾਰਾਜ ਨੂੰ। ਹਾਂਜੀ, ਕੁਛ ਬਿਸਰਾਮ ਪੌੜ ਕਰ ਕੀਨ। ਕੁਝ ਸਮਾਂ ਮਹਾਰਾਜ ਜੀ ਨੇ ਆਰਾਮ ਕੀਤਾ ਜੀ ਆ ਕੇ। ਹਾਂਜੀ, ਘਟਕਾ ਚਤੁਰ ਬਿਤਾਏ ਪ੍ਰਬੀਨ। 4 ਘੜੀਆਂ ਮਹਾਰਾਜ ਜੀ ਨੇ ਆਰਾਮ ਕੀਤਾ ਜੀ। ਵੇਖ ਲਓ ਕਮਾਲ ਦੀ ਗੱਲ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਤੇ ਕਿੰਨੀ ਰੱਬ ਦੀ ਮਿਹਰ ਹੈਗੀ ਜੀ। ਕਿੰਨਾ ਸਮਾਂ ਆਰਾਮ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਇਹ ਵੀ ਲਿਖਿਆ ਜੀ ਉਹਨਾਂ ਨੇ ਜੀ। 4 ਘੜੀਆਂ ਹਜੂਰ ਮਹਾਰਾਜ ਨੇ ਆ ਕੇ ਆਰਾਮ ਕੀਤਾ ਜੀ। ਕਿਉਂ? ਅੰਮ੍ਰਿਤ ਵੇਲੇ ਦੇ ਉੱਠੇ ਆ। ਪਹਿਲਾਂ ਸੰਗਤਾਂ ਬਹੁਤ ਮਿਲੀਆਂ ਮਹਾਰਾਜ ਜੀ ਨੂੰ, ਫਿਰ ਬਾਦਸ਼ਾਹ ਦੇ ਕੋਲ ਗਏ, ਉੱਥੇ ਵੀ ਗੱਲਬਾਤ ਕੀਤੀ, ਫਿਰ ਵਾਪਸ ਆਏ ਜੀ। ਹਾਂਜੀ, ਬਹੁਰ ਉੱਠੇ ਚੜ ਚਲੇ ਤੁਰੰਗ। ਫਿਰ ਮਹਾਰਾਜ 4 ਘੜੀਆਂ ਤੋਂ ਬਾਅਦ ਉੱਠੇ, ਘੋੜੇ ਤੇ ਚੜੇ ਗੁਰੂ ਹਰਗੋਬਿੰਦ ਸਾਹਿਬ। ਹਾਂਜੀ, ਨਦੀ ਬਿਲੋਕਨ ਸ਼ਾਮਲ ਰੰਗ। ਮਜਨੂ ਟਿੱਲੇ ਦੇ ਲਾਗੇ ਹੀ ਜਮਨਾ ਲੰਘਦੀ ਸੀਗੀ ਜੀ। ਸੱਚੇ ਪਾਤਸ਼ਾਹ ਜਮਨਾ ਵੇਖਣ ਲੱਗ ਪਏ। ਅੱਜ ਵੀ ਦਿੱਲੀ ਦੇ ਵਿੱਚ ਜਮਨਾ ਹੈ ਜੀ। ਦਿੱਲੀ ਦੇ 2 ਏਰੀਏ ਨੇ ਜੀ। ਇੱਕ ਜਮਨਾ ਪਾਰ ਹੈ ਜੀ, ਇੱਕ ਏਰੀਏ ਨੂੰ ਕਹਿੰਦੇ ਜਮਨਾ ਪਾਰ ਜੀ। ਹਾਂਜੀ, ਮਹਾਰਾਜ ਜਮਨਾ ਵੇਖਣ ਲੱਗ ਪਏ ਜੀ। ਹਾਂਜੀ, ਤੀਰ ਤੀਰ ਗਮਨੇ ਗੁਰ ਧੀਰ। ਬੜੇ ਧੀਰਜਵਾਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਨਾਲ ਲੈ ਕੇ ਜਮਨਾ ਦੇ ਕੰਢੇ ਕੰਢੇ ਤੁਰ ਰਹੇ ਆ ਜੀ। ਘੋੜੇ ਦੇ ਉੱਤੇ ਨੇ ਮਹਾਰਾਜ। ਹਾਂਜੀ, ਹੇਰਤ ਬਿਮਲ ਪ੍ਰਵਾਹਤ ਨੀਰ। ਐ ਜਲ ਦਾ ਪ੍ਰਵਾਹ ਵੇਖਦੇ ਜੀ। ਜਦੋਂ ਪਾਣੀ ਐ ਚੱਲਦਾ ਜੀ, ਇੱਕ ਰਸ ਹਰ ਇੱਕ ਨੂੰ ਖਿੱਚ ਪਾ ਲੈਂਦਾ ਜੀ, ਹਰ ਇੱਕ ਨੂੰ ਖਿੱਚ ਪਾਉਂਦਾ। ਮਹਾਰਾਜ ਗਰੀਬ ਨਵਾਜ਼ ਘੋੜੇ ਤੇ ਜਾ ਰਹੇ ਆ, ਨਾਲ ਨਾਲ ਜਲ ਦਾ ਪ੍ਰਵਾਹ ਵੇਖ ਰਹੇ ਆ ਜੀ। ਬਲਿਹਾਰੀ ਕੁਦਰਤ ਵਸਿਆ। ਹਾਂਜੀ, ਦੂਰ ਇਕੰਤ ਥਾਨ ਬਹੁ ਸੁੰਦਰ। ਫਿਰ ਦੂਰ ਇਕਾਂਤ ਥਾਂ ਉੱਤੇ ਉਤਰ ਪਰੇ ਤਹਿ ਸ੍ਰੀ ਗੁਣ ਮੰਦਰ। ਗੁਣਾਂ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਉਤਰ ਗਏ ਜੀ। ਸਾਡੇ ਵਰਗੇ ਲੋਕਾਂ ਨੂੰ ਭੀੜ ਭੜੱਕਾ ਚੰਗਾ ਲੱਗਦਾ। ਉੱਥੇ ਜਾਈਏ ਜਿੱਥੇ 4 ਬੰਦੇ ਸਾਡੇ ਬਹਿ ਕੇ ਸਾਡੀਆਂ ਗੱਲਾਂ ਸੁਣਨ। ਮਹਾਰਾਜ ਜੀ ਨੇ ਵੇਖਿਆ ਉਹ ਥਾਂ ਇਕਾਂਤ ਹੈ, ਇਕੱਲੇ ਬੈਠਣ ਦਾ ਮੌਕਾ ਮਿਲ ਸਕਦਾ ਹੈ। ਸੱਚੇ ਪਾਤਸ਼ਾਹ ਉੱਥੇ ਗਏ ਜੀ। ਹਾਂਜੀ, ਸੋਚਾ ਚਾਰ ਕਰਿਓ ਥਲ ਥਿਰੇ। ਹਾਂਜੀ, ਜਲ ਕਰ ਚਰਨ ਪਖਾਰਨ ਕਰੇ। ਆਖੋ ਵਾਹਿਗੁਰੂ ਗੱਜ ਕੇ। ਤੁਸੀਂ ਵੀ ਬੋਲਿਆ ਕਰੋ, ਆਖੋ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਮਹਾਰਾਜ ਜੀ ਨੇ ਨਾ ਜੀ ਨਦੀ ਦੇ ਜਲ ਨਾਲ ਹੱਥ ਸੁੱਚੇ ਕੀਤੇ, ਚਰਨ ਸੁੱਚੇ ਕੀਤੇ ਤੇ ਕੁਝ ਸਮਾਂ ਸ਼ਾਂਤ ਹੋ ਕੇ ਬੈਠ ਗਏ ਜੀ। ਚੇਤਾ ਰੱਖਿਓ, ਬਾਣੀ ਪੜ੍ਹਨ ਦੀ ਵੀ ਮਰਿਆਦਾ ਹੈ। ਮਹਾਰਾਜ ਕੁਝ ਸਮਾਂ ਚੁੱਪ ਹੋ ਕੇ ਬੈਠੇ, ਭਾਵ ਅੰਦਰ ਬਾਣੀ ਪੜ੍ਹਨ ਲੱਗ ਪਏ ਜੀ। ਚਲੋ ਜਿੱਥੇ ਕੁਝ ਵੀ ਨਹੀਂ ਹੁੰਦਾ ਉੱਥੇ ਨਹੀਂ ਮੈਂ ਤੁਹਾਨੂੰ ਕਹਿੰਦਾ, ਪਰ ਤੁਸੀਂ ਗੁਰੂ ਜੀ ਦਾ ਜੀਵਨ ਸੁਣ ਰਹੇ ਹੋ, ਸਤਿਗੁਰੂ ਜੀ ਦੀ ਕਥਾ ਸੁਣ ਰਹੇ ਹੋ। ਇਸ ਕਥਾ ਵਿੱਚੋਂ ਗੱਲਾਂ ਸੁਣ ਕੇ ਨੋਟ ਕਰਨੀਆਂ ਤੇ ਕਮਾਈ ਕਰਨੀ ਜੀ ਉਹਨਾਂ ਦੀ ਜੀ। ਜਦੋਂ ਬਾਣੀ ਪੜ੍ਹਨ ਬੈਠਣਾ, ਇਹ ਨਹੀਂ ਵੀ ਉੱਠੇ ਜੀ ਤੇ ਹੱਥ ਵੀ ਨਹੀਂ ਧੋਤੇ ਤੇ ਮੁਖ ਵੀ ਗੰਦਾ ਮੈਲਾ ਹੈ ਜੀ ਤੇ ਚਲੋ ਜੀ ਸ਼ੁਰੂ ਹੋ ਗਏ ਜੀ। ਨਹੀਂ, ਸਤਿਗੁਰੂ ਜੀ ਨੇ ਹੱਥ ਧੋਤੇ, ਚਰਨ ਧੋਤੇ, ਮੁਖ ਧੋਤਾ ਜੀ, ਫਿਰ ਬਾਣੀ ਦਾ ਪਾਠ ਕੀਤਾ ਜੀ। ਜਦੋਂ ਤੁਸੀਂ ਵੀ ਬਾਣੀ ਪੜ੍ਹਨੀ ਨਾ ਜੀ, ਮੰਨ ਲਓ ਆਰਾਮ ਕਰਕੇ ਉੱਠੇ ਹੋ, ਕਿਤੋਂ ਬਾਜ਼ਾਰੋਂ ਹੀ ਆਏ ਹੋ, ਉਵੇਂ ਹੀ ਫਟਾਫਟ ਬਹਿ ਕੇ ਬੈੱਡ ਤੇ ਰਹਿਰਾਸ ਸਾਹਿਬ ਪਾਠ ਸ਼ੁਰੂ ਕਰ ਦਿਓ। ਇਹ ਮਰਿਆਦਾ ਨਹੀਂ ਹੈਗੀ ਜੀ। ਹੱਥ ਮੁਖ ਧੋਤਾ, ਫਿਰ ਮਹਾਰਾਜ ਨੇ ਪਾਠ ਕੀਤਾ। ਹਾਂਜੀ, ਹਾਥ ਜੋਰ ਤਹਿ ਸਿੱਖਣ ਬੂਝੇ। ਕੁਝ ਸਮੇਂ ਬਾਅਦ ਸਿੱਖਾਂ ਨੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਪੁੱਛਿਆ ਜੀ। ਹਾਂਜੀ, ਸ਼ਾਹੋ ਸੰਗ ਕਿਮ ਥਾਕ ਅਰੂਜੇ। ਪਾਕ ਅਰੂਡੇ, ਗੱਜ ਕੇ ਆਖੋ। ਉਹ ਫਿਰ ਸਿੱਖਾਂ ਨੇ ਗੱਲ ਕੀਤੀ। ਤੁਸੀਂ ਅੰਦਾਜ਼ਾ ਲਾਓ, ਸਵੇਰੇ ਮਹਾਰਾਜ ਗਏ ਜੀ ਉੱਥੇ ਜੀ ਬਾਦਸ਼ਾਹ ਕੋ,
ਸਿੱਖਾਂ ਨੇ ਐ ਨਹੀਂ ਵੀ ਜਦੋਂ ਮਰਜ਼ੀ ਜਿਹੜਾ ਮਰਜ਼ੀ ਸਵਾਲ ਪੁੱਛ ਲਓ ਜੀ। ਉਹਨਾਂ ਵੇਖਿਆ ਵੀ ਹੁਣ ਸਮਾਂ ਮਹਾਰਾਜ ਨਾਲ ਗੱਲ ਕਰਨ ਦਾ ਜੀ। ਸਿੱਖ ਹੱਥ ਜੋੜ ਕੇ ਮਹਾਰਾਜ ਨੂੰ ਪੁੱਛਣ ਲੱਗੇ, ਸ਼ਾਹੋ ਸੰਗ ਕਿ ਮੈਂ ਬਾਕ ਅਰੂਝੇ, ਹੇ ਸੱਚੇ ਪਾਤਸ਼ਾਹ ਮਹਾਰਾਜ ਫਿਰ ਜਹਾਂਗੀਰ ਨਾਲ ਕੀ ਬਚਨ ਹੋਏ ਆਪ ਜੀ ਦੇ? ਕਿਉਂ ਸਾਰਿਆਂ ਦੇ ਮਨ 'ਚ ਇਹ ਗੱਲ ਹੈਗੀ ਆ, ਪਹਿਲੀ ਵਾਰੀ ਮਹਾਰਾਜ ਉਹਨੂੰ ਮਿਲੇ ਆ। ਹਾਂ, ਮੁਲਾਕਾਤ ਕੈਸੇ ਕਰ ਭਈ, ਸੱਚੇ ਪਾਤਸ਼ਾਹ ਪਹਿਲੀ ਮੁਲਾਕਾਤ ਸੀ, ਕੈਸੀ ਰਹੀ ਮੁਲਾਕਾਤ? ਹਾਂਜੀ, ਪੂਰਬ ਆਏ ਕੀਨ ਅਬ ਨਈ, ਗੱਜ ਕੇ ਆਖੋ ਵਾਹਿਗੁਰੂ। ਕਿਉਂ ਮਹਾਰਾਜ ਜਦੋਂ ਦੇ ਆਪ ਜੀ ਗੁਰਤਾ ਗੱਦੀ ਤੇ ਬੈਠੇ ਪਹਿਲੀ ਵਾਰੀ ਬਾਦਸ਼ਾਹ ਨੂੰ ਮਿਲੇ ਹੋ। ਹਾਂਜੀ, ਰਹੇ ਪ੍ਰਸੰਨ ਕੇ ਨਹਿ ਦਿਸ਼ ਦੋ, ਸੱਚੇ ਪਾਤਸ਼ਾਹ ਦੋਵੇਂ ਪਾਸੇ ਸ਼ਾਂਤੀ ਰਹੀ ਨਾ। ਹਾਂਜੀ, ਚਾਰੀ ਕਰਤ ਰਹਿਓ ਸਠ ਜੋ, ਕਿਉਂ ਉਹ ਮੂਰਖ ਵੀ ਉੱਥੇ ਹੀ ਹੈਗਾ ਮਹਾਰਾਜ ਚੰਦੂ, ਜਿਹੜਾ ਦਿਨ ਰਾਤ ਆਪ ਜੀ ਦੀਆਂ ਚੁਗਲੀਆਂ ਲਾਉਂਦਾ ਸੱਚੇ ਪਾਤਸ਼ਾਹ। ਹਾਂਜੀ, ਨਿਜ ਪ੍ਰਿਯ ਜਾਨ ਦਾਸ ਸਿੱਖ ਸਾਰੇ, ਆਖੋ ਵਾਹਿਗੁਰੂ ਵਾਹਿਗੁਰੂ। ਅੱਛਾ ਵੇਖ ਲੋ ਮਹਾਰਾਜ ਦੇ ਕੋਲ ਸਿੱਖ ਬੈਠੇ, ਭਾਈ ਸੰਤੋਖ ਸਿੰਘ ਜੀ ਵੀ ਲਿਖ ਰਹੇ ਆ, ਕਹਿੰਦੇ ਨਿਜ ਪ੍ਰਿਯ ਜਾਨ ਦਾਸ ਸਿੱਖ ਸਾਰੇ। ਗੁਰੂ ਜੀ ਨੇ ਵੇਖਿਆ ਵੀ ਆਪਣੇ ਹੀ ਸਾਰੇ ਸਿੱਖ ਬੈਠੇ ਆ ਜੀ। ਫੇਰ ਗੱਲ ਕੀਤੀ ਮਹਾਰਾਜ ਨੇ, ਨਿਜ ਸਿੱਖ ਜਾਨ ਦਾਸ ਪ੍ਰਿਯ ਸਾਰੇ, ਆਪਣੇ ਬੈਠੇ ਤੇ ਪਿਆਰੇ ਬੈਠੇ ਨੇ ਜੀ। ਕੁਝ ਗੱਲਾਂ ਗੁਪਤ ਰੱਖਣ ਵਾਲੀਆਂ ਵੀ ਹੁੰਦੀਆਂ ਨੇ, ਸਾਰਿਆਂ ਨੂੰ ਨਹੀਂ ਦੱਸਣ ਵਾਲੀਆਂ ਹੁੰਦੀਆਂ, ਸਾਰਿਆਂ ਦੇ ਮਾਦੇ ਨਹੀਂ ਹੁੰਦੇ ਉਹਨਾਂ ਨੂੰ ਪਹੁੰਚਾਉਣ ਵਾਲੇ ਜੀ। ਹਾਂਜੀ, ਮਿਲੇ ਜਥਾ ਸੋ ਪ੍ਰਸੰਗ ਉਚਾਰੇ, ਮਿਲੇ ਜਥਾ ਸੋ ਪ੍ਰਸੰਗ ਉਚਾਰੇ। ਮਹਾਰਾਜ ਸਿੱਖਾਂ ਨੂੰ ਦੱਸਣ ਲੱਗੇ ਵੀ ਕਿਵੇਂ ਸਾਡਾ ਮਿਲਾਪ ਹੋਇਆ ਜੀ। ਹਾਂਜੀ, ਨਹੀਂ ਸ਼ਾਹੋ ਕੇ ਹਿਰਦੇ ਖੁਟਾਈ, ਹਾਂਜੀ, ਸਾਦਰ ਮਧੁਰੀ ਗਿਰਾ ਅਲਾਈ, ਆਖੋ ਵਾਹਿਗੁਰੂ। ਸਾਦਰ ਮਧੁਰੀ ਗਿਰਾ ਅਲਾਈ। ਪਹਿਲਾਂ ਸਾਰੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਸਿੱਖੋ, ਬਾਦਸ਼ਾਹ ਨਾ ਮਿੱਠੇ ਬੋਲ ਬੋਲਦਾ ਸੀ ਸਾਡੇ ਨਾਲ, ਕਹਿੰਦੇ ਸਤਿਕਾਰ ਵਾਲੇ ਬੋਲ ਬੋਲੇ, ਜਿਵੇਂ ਉਹਦੇ ਮਨ 'ਚ ਕੋਈ ਖੁਟਾਈ ਨਹੀਂ ਹੁੰਦੀ। ਪਰ ਮਹਾਰਾਜ ਨੂੰ ਤੇ ਪਤਾ ਲੱਗਦਾ ਨਾ ਜੀ ਸਾਰੀ ਗੱਲ ਦਾ ਜੀ। ਹਾਂਜੀ, ਹਿੰਦੂ ਤੁਰਕ ਬਾਤ ਕੀ ਗਾਥਾ, ਪਰ ਫਿਰ ਵੀ ਹਿੰਦੂਆਂ ਤੇ ਮੁਸਲਮਾਨਾਂ ਦੇ ਝਗੜੇ ਦੀ ਗੱਲ ਕਰਦਾ ਸੀ ਸਾਡੇ ਨਾਲ। ਕਹਿਣ ਲੱਗੇ ਸਿੱਧੀ ਗੱਲ ਸੀ, ਹਿੰਦੂਆਂ ਦੀ ਗੱਲ ਕਰਨਗੇ ਮੁਸਲਮਾਨ ਨਾਰਾਜ਼ ਹੋਣਗੇ, ਮੁਸਲਮਾਨਾਂ ਦੀ ਕਰਨਗੇ ਹਿੰਦੂ ਨਾਰਾਜ਼ ਹੋ ਜਾਣਗੇ। ਹਾਂਜੀ, ਬੂਝਤ ਰਹਿਓ ਹਮਾਰੇ ਸਾਥਾ, ਮਹਾਰਾਜ ਕਹਿਣ ਲੱਗੇ ਬੋਲਦਾ ਤੇ ਮਿੱਠਾ ਹੀ ਸੀਗਾ, ਪਰ ਗੱਲ ਝਗੜੇ ਦੀ ਕਰਦਾ ਸੀਗਾ ਜੀ। ਕਈ ਬੰਦੇ ਨਾ ਜੀ ਬੋਲਦੇ ਮਿੱਠੇ ਹੀ ਹੈ, ਪਰ ਗੱਲ ਝਗੜੇ ਦੀ ਪੁੱਛਣਗੇ ਜੀ। ਉਹ ਜੀ ਫਸਾਉਣ ਵਾਲੀ ਗੱਲ ਕਰਨਗੇ ਜੀ, ਫਸਾਉਣ ਵਾਲੀ, ਮਿੱਠੇ ਹੋ ਕੇ ਜੀ। ਹੁੰਦੇ ਨਾ ਜੀ ਇਹੋ ਜਿਹੇ ਬੰਦੇ, ਬੜੇ ਹੁੰਦੇ ਜੀ ਇਹੋ ਜਿਹੇ ਸ਼ੈਤਾਨ ਲੋਕ ਜੀ। ਮਹਾਰਾਜ ਕਹਿੰਦੇ ਬੋਲਦਾ ਤੇ ਮਿੱਠਾ ਸੀਗਾ, ਪੁੱਛਦਾ ਝਗੜੇ ਬਾਰੇ ਸੀਗਾ। ਹਾਂਜੀ, ਜਿਮ ਸੰਸੈ ਕੀਨੋ ਹਮ ਆਗੇ, ਹਾਂਜੀ, ਉੱਤਰ ਪਾਏ ਕਰਿਓ ਅਨੁਰਾਗੇ। ਤੇ ਸਿੱਖ ਫਿਰ ਪੁੱਛਣ ਲੱਗੇ, ਕਹਿੰਦੇ ਮਹਾਰਾਜ ਆਪ ਜੀ ਨੇ ਫਿਰ ਅੱਗੋਂ ਕੀ ਕਿਹਾ? ਮਹਾਰਾਜ ਕਹਿਣ ਲੱਗੇ ਜੋ ਪੁੱਛਿਆ ਅਸੀਂ ਵੀ ਉਵੇਂ ਹੀ ਫਿਰ ਬਚਨ ਕੀਤੇ ਸਾਰੇ। ਕਹਿਣ ਲੱਗੇ ਉਵੇਂ ਹੀ ਕੀਤੇ। ਸਿਆਣਾ ਬੰਦਾ ਕਿਹੜਾ ਜੀ, ਜਿਵੇਂ ਦਾ ਕੋਈ ਸਵਾਲ ਪੁੱਛ ਰਿਹਾ ਹੋਵੇ ਉਵੇਂ ਦਾ ਹੀ ਜਵਾਬ ਦੇਵੇ ਜੀ। ਹਾਂਜੀ, ਸੁਨ ਸਿੱਖਨ ਹਿਤਕਾਰੀ ਸ਼ਾਹੂ, ਹਾਂਜੀ, ਹਾਥ ਜੋਰ ਪੁਨ ਕਹਿ ਗੁਰ ਪਾਹੂ, ਗੱਜ ਕੇ ਆਖੋ ਵਾਹਿਗੁਰੂ। ਸਿੱਖ ਕਹਿਣ ਲੱਗੇ ਮਹਾਰਾਜ ਸਤ ਬਚਨ, ਫਿਰ ਵੀ ਸਾਡੀ ਬੇਨਤੀ ਹੈ। ਹਾਂਜੀ, ਪਾਪੀ ਕਰ ਕੋ ਪਾਪ ਮਹਾਨਾ, ਰਾਖਿਓ ਗੋਪ ਨਹੀਂ ਇਨ ਜਾਨਾ। ਸੱਚੇ ਪਾਤਸ਼ਾਹ ਇਹਨੂੰ ਪਤਾ ਸੀਗਾ, ਇਹਨੂੰ ਪਤਾ ਸੀਗਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ। ਚੰਦੂ ਦਾ ਨਾਮ ਲਾਇਆ ਸਾਰਾ। ਚੰਦੂ ਵੀ ਇੱਥੇ ਹੀ ਹੈ, ਦਿਨ ਰਾਤ ਪਾਪ ਕਰਦਾ। ਇਹਨੇ ਵੀ ਸਾਰੀ ਗੱਲ ਗੁਪਤ ਰੱਖੀ ਮਹਾਰਾਜ। ਹਾਂਜੀ, ਸੋ ਬਿਦਤਾਵਹੁ ਬਦਲਾ ਲੀਜੈ। ਹੁਣ ਮਹਾਰਾਜ ਸਮਾਂ ਹੈਗਾ ਚੰਦੂ ਦੇ ਕੋਲੋਂ ਬਦਲਾ ਲੈਣਾ ਮਹਾਰਾਜ।
ਇਹਦੇ ਨਾਲ ਵੀ ਗੱਲਬਾਤ ਕਰੋ ਸਾਰੀ। ਹਾਂਜੀ, ਜਸ ਕੀਨਸ ਤਸ ਫਲ ਕੋ ਦੀਜੈ। ਜਿਸ ਤਰੀਕੇ ਦਾ ਇਹਨਾਂ ਨੇ ਕੀਤਾ ਹੈ, ਉਸੇ ਤਰੀਕੇ ਨਾਲ ਇਹਨਾਂ ਨੂੰ ਫਲ ਦਿਓ। ਸੰਗਤ ਜੀ, ਪਹਿਲਾਂ ਪਿਆਰ ਨਾਲ ਗੱਜ ਕੇ ਸਾਰੇ ਕਹੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਹਿਣਾ ਜਹਾਂਗੀਰ ਨੂੰ, ਮਹਾਰਾਜ ਨੇ ਕਹਿਣਾ ਜਹਾਂਗੀਰ ਤੇਰੇ ਨਾਲ ਦਰਗਾਹ 'ਚ ਜਾ ਕੇ ਗੱਲ ਕਰਾਂਗੇ, ਚੰਦੂ ਨੂੰ ਦੇ ਦੇ, ਅੱਗੇ ਜਾ ਕੇ ਕਥਾ ਆਏਗੀ। ਹਾਂਜੀ, ਸੁਨ ਸਤਿਗੁਰ ਬੋਲੇ ਸਿੱਖ ਭਾਵਤ। ਸੱਚੇ ਪਾਤਸ਼ਾਹ ਸਿੱਖਾਂ ਨੂੰ ਬੜੇ ਹੀ ਚੰਗੇ ਲੱਗਣ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਇਕਾਂਤ 'ਚ ਬੈਠੇ ਆ, ਮਹਾਰਾਜ ਬਚਨ ਕਰਨ ਲੱਗੇ ਜੀ। ਗੁਰ ਪਿਤਾ ਪਲਟਾ ਲਹਿ ਨਾ ਜਾਵਤ। ਮਹਾਰਾਜ ਕਹਿਣ ਲੱਗੇ ਸੁਣੋ, ਤੁਹਾਡੇ ਨਾਲੋਂ ਜ਼ਿਆਦਾ ਚਿੰਤਾ ਸਾਨੂੰ ਕਹਿਣ ਲੱਗੇ। ਜਿੰਨਾ ਚਿਰ ਤੱਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਨੂੰ ਫੜ ਨਹੀਂ ਨਾ ਲੈਂਦੇ, ਉਹਨੂੰ ਸਬਕ ਨਹੀਂ ਸਿਖਾ ਲੈਂਦੇ, ਹਾਂਜੀ, ਤਾਵਤ ਸੁਖ ਸੋ ਨੀਂਦ ਨ ਆਵੇ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਆ ਜੀ, ਆਮ ਬੰਦਾ ਨਹੀਂ ਕੋਈ ਕਹਿ ਰਿਹਾ। ਉਹ ਮਹਾਰਾਜ ਕਹਿੰਦੇ ਸਿੱਖੋ, ਉਹਨਾਂ ਚਿਰ ਤੱਕ ਸਾਨੂੰ ਸੁੱਖ ਨਾ ਨੀਂਦ ਨਹੀਂ ਆ ਸਕਦੀ ਕਹਿਣ ਲੱਗੇ, ਜਿੰਨਾ ਚਿਰ ਤੱਕ ਉਸ ਦੋਸ਼ੀ ਨੂੰ ਫੜ ਕੇ ਬਦਲ ਉਹਨੂੰ ਸਬਕ ਨਹੀਂ ਸਿਖਾਉਂਦੇ ਅਸੀਂ। ਹਾਂਜੀ, ਖਾਨ ਪਾਨ ਰੁਚ ਤੇ ਨਹਿ ਭਾਵੈ। ਮਹਾਰਾਜ ਕਹਿੰਦੇ ਤੁਹਾਨੂੰ ਕੀ ਲੱਗਦਾ ਅਸੀਂ ਸ਼ੌਂਕ ਨਾਲ ਖਾਂਦੇ ਪੀਂਦੇ ਆ? ਨਹੀਂ, ਕਹਿੰਦੇ ਅਸੀਂ ਰੁਚੀ ਦੇ ਨਾਲ ਖਾਂਦੇ ਪੀਂਦੇ ਨਹੀਂ, ਖਾਣ ਪੀਣ ਵਿੱਚ ਸਾਡੀ ਰੁਚੀ ਨਹੀਂ ਹੈਗੀ ਉਹਨਾਂ ਚਿਰ ਤੱਕ। ਕਈ ਕਹਿਣਗੇ ਲਓ ਜੀ ਇਹ ਸਤਿਗੁਰੂ ਨੇ ਤੇ ਬਦਲੇ ਦੀਆਂ ਗੱਲਾਂ ਕਰਦੇ ਆ। ਸੰਗਤ ਜੀ ਨਹੀਂ, ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਪਾਪੀ ਨੂੰ ਵੀ ਮਾਰਨਾ ਪੈਣਾ ਹੈ ਜੀ, ਪਾਪੀ ਨੂੰ ਮਾਰਨਾ ਪੈਣਾ ਹੈ ਜੀ। ਇਸ ਕਰਕੇ ਮਹਾਰਾਜ ਕਹਿਣ ਲੱਗੇ ਅਜੇ ਉਹਨਾਂ ਚਿਰ ਤੱਕ ਸਾਡੀ ਛਕਣ ਛਕਾਉਣ 'ਚ ਹੀ ਨਹੀਂ ਰੁਚੀ ਹੈਗੀ ਕਹਿਣ ਲੱਗੇ। ਹਾਂਜੀ, ਕੇਤਕ ਦਿਨ ਮਹਿ ਗਹਿ ਕਰ ਤਾਹੀ। ਕੁਝ ਦਿਨਾਂ ਦੇ ਵਿੱਚ ਉਸ ਦੁਸ਼ਟ ਨੂੰ ਫੜ ਲੈਣਾ ਕਹਿਣ ਲੱਗੇ ਅਸੀਂ। ਹਤੋਂ ਕਮੌਤ ਤਜੋਂ ਕਿਮ ਨਾਹੀ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਪਿਆਰਿਓ, ਜਿੰਨਾ ਚਿਰ ਤੱਕ ਚੰਦੂ ਨੂੰ ਬੁਰੀ ਮੌਤੇ ਨਹੀਂ ਮਾਰ ਲੈਂਦੇ ਛੱਡਣਾ ਨਹੀਂ ਅਸੀਂ ਕਹਿਣ ਲੱਗੇ, ਛੱਡਣਾ ਨਹੀਂ ਅਸੀਂ ਜੀ। ਇਹ ਸਾਰੀ ਸੰਗਤ ਦੀ ਮੰਗ ਹੈਗੀ ਆ ਜੀ। ਤੁਸੀਂ ਦੱਸੋ ਛੱਡੋਗੇ ਉਸ ਦੁਸ਼ਟ ਨੂੰ? ਸੰਗਤ ਜੀ ਜਿੰਨੇ ਗੁਰੂ ਅਰਜਨ ਦੇਵ ਜੀ ਨੂੰ ਉਬਲਦੇ ਪਾਣੀ 'ਚ ਬਿਠਾਇਆ ਜੀ, ਛੱਡੋਗੇ ਉਸ ਦੁਸ਼ਟ ਨੂੰ ਜੀ? ਕਦੀ ਨਹੀਂ ਛੱਡ ਸਕਦੇ ਜੀ। ਹਾਂਜੀ, ਪੂਰੀ ਕਰਹਿ ਸਪਤ ਇਹ ਕਹੀ। ਹਾਂਜੀ, ਗੁਰ ਦੋਖੀ ਉਬਰਹਿ ਅਬ ਨਹੀਂ। ਮਹਾਰਾਜ ਕਹਿਣ ਲੱਗੇ ਗੁਰੂ ਘਰ ਦਾ ਦੋਖੀ ਬਚੇਗਾ ਨਹੀਂ ਹੁਣ ਕਹਿਣ ਲੱਗੇ। ਤਖਤ ਦੇ ਉੱਤੇ ਬੈਠ ਕੇ ਗੁਰੂ ਰਾਮਦਾਸ ਜੀ ਦੇ ਘਰ ਦੇ ਵੱਲ ਮੁੱਖ ਕਰਕੇ ਜਿਹੜਾ ਬਚਨ ਕੀਤਾ ਨਾ, ਉਹ ਬਚਨ ਪੂਰਾ ਕਰਾਂਗੇ ਕਹਿਣ ਲੱਗੇ। ਹਾਂਜੀ, ਇਸ ਪ੍ਰਕਾਰ ਕਰ ਬਚਨ ਬਿਲਾਸ। ਹਾਂਜੀ, ਚਾਹੇ ਦੁਸ਼ਟ ਕੋ ਕਰੇ ਬਹੁ ਨਾਸ਼। ਇਸ ਤਰੀਕੇ ਨਾਲ ਬਚਨ ਕੀਤੇ ਜਿਨ੍ਹਾਂ ਬਚਨਾਂ 'ਚ ਸਾਫ਼ ਪਤਾ ਲੱਗਦਾ ਗੁਰੂ ਹਰਗੋਬਿੰਦ ਸਾਹਿਬ ਦੁਸ਼ਟ ਚੰਦੂ ਨੂੰ ਮਾਰਨ ਦੀ ਗੱਲ ਕਰ ਰਹੇ ਨੇ ਜੀ। ਕਈ ਮੈਨੂੰ ਵੀ ਕਹਿੰਦੇ ਆ ਇਹ ਜੀ ਸਭਨਾਂ ਦੇ ਭਲੇ ਦੀ ਗੱਲ ਕਰਦਾ ਗੁਰੂ ਘਰ, ਕਰਦਾ ਜੀ। ਮੈਂ ਨਹੀਂ ਕਹਿੰਦਾ ਗੁਰੂ ਘਰ ਸਭਨਾਂ ਦੇ ਭਲੇ ਦੀ ਗੱਲ ਨਹੀਂ ਕਰਦਾ, ਪਰ 2 ਟਾਈਮ ਨਿਤਨੇਮ ਹੁੰਦਾ ਜੀ, ਤੇ ਦੋਵੇਂ ਟਾਈਮ ਨਿਤਨੇਮ 'ਚ ਚੌਪਈ ਸਾਹਿਬ ਪੜ੍ਹਿਆ ਜਾਂਦਾ ਜੀ। ਤੇ ਚੌਪਈ ਸਾਹਿਬ 'ਚ ਕੀ ਕਿਹਾ ਜਾਂਦਾ ਜੀ? ਚੁੰਨ ਚੁੰਨ ਸਤਰ ਹਮਾਰੇ ਮਾਰੀ ਹੈ। ਉਹਦਾ ਕੀ ਕਰਾਂਗੇ ਜੀ? ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ। ਉਹਦਾ ਕੀ ਅਰਥ ਕਰਾਂਗੇ ਜੀ? ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹੇ ਬਚਾਵਹੋ। ਉਹਦਾ ਅਰਥ ਕੀ ਕਰਾਂਗੇ ਜੀ? ਇਸ ਕਰਕੇ
ਕਈ ਥਾਵਾਂ ਤੇ ਦੁਸ਼ਟਾਂ ਨੂੰ ਸਜ਼ਾ ਦੇਣੀ ਪੈਂਦੀ ਸੰਗਤ ਜੀ। ਮੈਨੂੰ ਤੇ ਨਹੀਂ ਭਰਮ ਹੈ, ਪਰ ਮੈਂ ਤਾਂ ਤੁਹਾਨੂੰ ਬੇਨਤੀ ਕਰ ਰਿਹਾ, ਕਿਤੇ ਤੁਹਾਡੇ ਮਨ 'ਚ ਭਰਮ ਨਾ ਹੋ ਜਾਵੇ ਵੀ ਮਹਾਰਾਜ ਗੁਰੂ ਉਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਜੀ। ਹਾਂਜੀ। ਚੜ ਤਰੰਗ ਪਰ ਡੇਰੇ ਆਏ। ਉੱਥੋਂ ਫਿਰ ਮਹਾਰਾਜ ਘੋੜੇ ਤੇ ਚੜ੍ਹ ਕੇ ਸੱਚੇ ਪਾਤਸ਼ਾਹ ਤੇ ਮਜਨੂ ਟਿੱਲੇ ਆਪਣੇ ਡੇਰੇ ਆਏ ਮਹਾਰਾਜ ਗਰੀਬ ਨਵਾਜ। ਹਾਂਜੀ। ਖਾਨ ਪਾਨ ਕਰ ਨਿਸਾ ਬਿਤਾਏ। ਰਾਤ ਸੱਚੇ ਪਾਤਸ਼ਾਹ ਜੀ ਨੇ ਆਰਾਮ ਕੀਤਾ, ਆਰਾਮ ਕਰਕੇ ਰਾਤ ਜਿਹੜੀ ਉਹ ਸਫਲੀ ਕੀਤੀ। ਬਹੁਰ ਸ਼ਾਹੋ ਜਬ ਯਾਦ ਕਰੰਤਾ। ਫਿਰ ਜਦੋਂ ਜਦੋਂ ਜਹਾਂਗੀਰ ਸਤਿਗੁਰਾਂ ਨੂੰ ਯਾਦ ਕਰਦਾ ਹੈ ਜੀ। ਹਾਂਜੀ। ਡਿਗ ਹਕਾਰ ਗੁਰ ਦਰਸਲ ਹੰਤਾ। ਡਿਗ ਹਕਾਰ ਗੁਰ ਦਰਸਲ ਹੰਤਾ, ਕੋਲ ਸੱਦ ਕੇ ਗੁਰੂ ਜੀ ਦੇ ਸੋਹਣੇ ਦਰਸ਼ਨ ਕਰਦਾ ਹੈ ਜੀ। ਹਾਂਜੀ। ਝੜ ਸ਼ਿਕਾਰ ਕੋ ਵਹਿਰ ਸਿਧਾਵੈ। ਹੁਣ ਗੱਲ ਸੁਣਨ ਵਾਲੀ 'ਚ ਧਿਆਨ ਨਾਲ, ਸੱਚੇ ਪਾਤਸ਼ਾਹ ਜੀ ਨੂੰ ਸ਼ਿਕਾਰ ਤੇ ਵੀ ਲੈ ਜਾਂਦਾ ਜੀ ਉਹ ਜੀ। ਹਾਂਜੀ। ਵੱਡੇ ਝੀਲ ਫਿਰ ਬਾਹਰ ਆਵੈ। ਸੰਘਣੇ ਥਾਂ ਤੇ ਜੰਗਲ ਦੇ ਵਿੱਚ ਫਿਰ ਕੇ ਵਾਪਸ ਆਉਂਦਾ ਸੀਗਾ ਜੀ। ਹਾਂਜੀ। ਭਈ ਸ਼ਾਹ ਕੋ ਸੁਧ ਗੁਰ ਕੇਰੀ। ਖਿਲਤ ਅਖੇਰ ਬ੍ਰਿਤੀ ਬਹੁ ਤੇਰੀ। ਕਿਉਂ? ਬਾਦਸ਼ਾਹ ਨੂੰ ਪਤਾ ਲੱਗਾ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ਿਕਾਰ ਖੇਡਣ ਵਿੱਚ ਵੀ ਧਿਆਨ ਹੈਗਾ ਹੈ। ਮਹਾਰਾਜ ਜੀ ਦੀ ਸ਼ਿਕਾਰ ਖੇਡਣ ਦੀ ਵੀ ਬਿਰਤੀ ਹੈਗੀ ਹੈ। ਹਾਂਜੀ। ਇੱਕ ਦਿਨ ਲੈ ਕਰ ਆਪਣੇ ਸੰਗ। ਇੱਕ ਦਿਨ ਫਿਰ ਬਾਦਸ਼ਾਹ ਮਹਾਰਾਜ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਸ਼ਿਕਾਰ ਤੇ ਚੱਲੀਏ। ਮਹਾਰਾਜ ਕਹਿੰਦੇ ਚੱਲ ਪੈਨੇ ਆ। ਸਤਿਗੁਰੂ ਜੀ ਨੂੰ ਆਪਣੇ ਨਾਲ ਸ਼ਿਕਾਰ ਤੇ ਲੈ ਗਿਆ ਜੀ। ਹਾਂਜੀ। ਗਏ ਸ਼ਿਕਾਰ ਅਰੂਢ ਤਰੰਗ। ਸਾਧ ਸੰਗਤ ਜੀ ਸ਼ਿਕਾਰ ਤੇ ਲੈ ਗਿਆ ਤੇ ਮਹਾਰਾਜ ਵੀ ਘੋੜੇ ਤੇ ਸੱਜ ਗਏ ਤੇ ਬਾਦਸ਼ਾਹ ਜਹਾਂਗੀਰ ਵੀ ਘੋੜੇ ਤੇ ਬੈਠ ਗਿਆ ਜੀ। ਹਾਂਜੀ। ਮੀਰ ਸ਼ਿਕਾਰਨ ਸ਼ਿਕਰੇ ਲੀਨ। ਸ਼ਿਕਾਰੀ ਮਹਿਕਮੇ ਦੇ ਜਿਹੜੇ ਬੰਦੇ ਸਨ ਨਾ, ਉਹਨਾਂ ਨੇ ਸ਼ਿਕਾਰ ਕਰਨ ਵਾਸਤੇ ਬੜੇ ਚਿਕੜੇ ਹੋਰ ਕਈ ਜਾਨਵਰ ਨਾਲ ਲਏ ਜੀ। ਹਾਂਜੀ। ਜੁਰਰੇ ਬਾਜਰੋ ਸਵਾਨ ਕੁਹੀਨ। ਬੜੇ ਪੰਛੀ ਵੀ ਨਾਲ ਲਏ, ਬਾਜ ਲਏ ਐ, ਕੁੱਤੇ ਲਏ ਐ, ਕੁਹੀਆਂ ਲਈਆਂ ਨੇ, ਕਈ ਕੁਝ ਲਿਆ ਜੀ। ਪਾਡੇ ਪਾਡੇ ਘੇਰ ਘੇਰ ਗੁਰ ਮਾਰੇ। ਕਈ ਜਾਨਵਰਾਂ ਨੂੰ ਫਿਰ ਗੁਰੂ ਸਾਹਿਬ ਨੇ ਉੱਥੇ ਉਹਨਾਂ ਦਾ ਉਧਾਰ ਕੀਤਾ ਜੀ। ਸ਼ਿਕਾਰ ਦੇ ਬਹਾਨੇ ਘੇਰ ਘੇਰ ਕੇ ਉਧਾਰ ਕੀਤਾ ਜੀ ਮਹਾਰਾਜ ਨੇ ਜਾਨਵਰਾਂ ਦਾ। ਹਾਂਜੀ। ਕਰ ਲਾਗਵਤਾ ਤੀਰ ਪ੍ਰਹਾਰੇ। ਗੱਜ ਕੇ ਆਖੋ ਵਾਹਿਗੁਰੂ। ਉਹ ਵੇਖਦਾ ਜੀ ਬਾਦਸ਼ਾਹ, ਕਰ ਲਾਗਵਤਾ ਤੀਰ ਪ੍ਰਹਾਰੇ, ਬੜੀ ਛੇਤੀ ਤੇ ਬੜੀ ਫੁਰਤੀ ਦੇ ਨਾਲ ਭੱਜਦੇ ਜਾਨਵਰ ਨੂੰ ਮਹਾਰਾਜ ਤੀਰ ਮਾਰਦੇ ਆ ਜੀ। ਉਹਦਾ ਭਲਾ ਕਰ ਦਿੰਦੇ ਆ ਜੀ। ਭਾਗਾਂ ਵਾਲਾ ਉਹ ਜਾਨਵਰ ਹੋਏਗਾ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਤੀਰ ਵੱਜਦਾ ਹੈ। ਹਾਂਜੀ। ਨਿਜ ਆਗੇ ਕੋ ਜਾਰ ਨਾ ਦਿਓ। ਹਾਂਜੀ। ਤੁਰਕ ਸ਼ਿਵਰ ਹਿਰਤ ਹਿਤ ਹੀਓ। ਗੱਜ ਕੇ ਆਖੋ ਗੁਰੂ ਸਾਹਿਬ ਨੇ ਕਿਸੇ ਨੂੰ ਵੀ ਆਪਣੇ ਤੋਂ ਅੱਗੇ ਨਹੀਂ ਜਾਣ ਦਿੱਤਾ ਜੀ। ਬੜੇ ਬੜੇ ਸ਼ਿਕਾਰੀ ਨਾਲ ਸਨ ਜੀ। ਸਭ ਤੋਂ ਅੱਗੇ ਘੋੜੇ ਤੇ ਸਤਿਗੁਰੂ ਮਹਾਰਾਜ ਜੀ। ਤੇ ਤੁਰਕੇ ਸ਼ਰ ਹਿਰਤ ਹਿਤ ਹੀਓ। ਜਹਾਂਗੀਰ ਵੇਖ ਵੇਖ ਬੜਾ ਖੁਸ਼ ਹੋਇਆ। ਪਤਾ ਕੀ ਸੋਚਦਾ, ਰਾਜੇ ਮਹਾਰਾਜੇ ਆ, ਜੰਮਦੇ ਤੋਂ ਸ਼ਿਕਾਰ ਕਰਨੇ ਆ, ਪਰ ਜਿੱਡਾ ਸੋਹਣਾ ਇਹ ਸ਼ਿਕਾਰ ਕਰਦੇ ਅਸੀਂ ਵੀ ਨਹੀਂ ਕਰਦੇ। ਉਹ ਸੋਚਦਾ ਆਪਣੇ ਮਨ ਵਿੱਚ ਜੀ। ਹਾਂਜੀ। ਆਯੁਧ ਵਿਦਿਆ ਮਹਿ ਵੱਡ ਜਾਣੇ। ਆਯੁਧ ਵਿਦਿਆ ਮਹਿ ਵੱਡ ਜਾਣੇ। ਜਹਾਂਗੀਰ ਸਮਝ ਗਿਆ ਵੀ ਇਹ ਸ਼ਸਤਰਾਂ ਦੀ ਵਿਦਿਆ ਵਿੱਚ, ਯੁੱਧ ਵਿਦਿਆ ਵਿੱਚ ਬੜੇ ਨਿਪੁੰਨ ਨੇ। ਲੱਗਦੇ ਤੇ ਛੋਟੀ ਉਮਰ ਦੇ ਹੈ, ਪਰ ਹੈ ਬੜੇ ਨਿਪੁੰਨ ਨੇ। ਹਾਂਜੀ। ਦੇਖ ਤਮਾਸ਼ੋ ਔਰ ਹਰ ਕਾਨੇ। ਸਾਰਾ ਤਮਾਸ਼ਾ ਵੇਖ ਕੇ ਨਾ, ਖੇਡ ਵੇਖ ਕੇ ਜਹਾਂਗੀਰ ਬਾਦਸ਼ਾਹ ਬੜਾ ਖੁਸ਼ ਹੋਇਆ ਜੀ। ਹਾਂਜੀ। ਸੁਨਿਓ ਪ੍ਰਥਮ ਕਿਤ ਕਹਿਰ ਬਲੀ। ਹਾਂਜੀ। ਭਈ ਸ਼ਾਹੋ ਕੇ ਔਰ ਸੁਧ ਭਲੀ। ਗੱਜ ਕੇ ਆਖੋ ਵਾਹਿਗੁਰੂ। ਤੇ ਬਾਦਸ਼ਾਹ ਨਾ ਜੀ ਉਹਦੇ ਕੰਨਾਂ 'ਚ ਪਹਿਲਾਂ ਹੀ ਖਬਰ ਪਈ ਸੀ ਵੀ ਇੱਧਰ ਇੱਕ ਕੇਰੀ ਸ਼ੇਰ ਰਹਿੰਦਾ ਹੈ ਜੀ। ਮੈਂ ਅੱਗੇ ਵੀ ਤੁਹਾਨੂੰ ਬੜੀ ਵਾਰੀ ਦੱਸਿਆ ਜੀ।
100 ਸ਼ੇਰ ਵਿੱਚ ਜਿੰਨੀ ਤਾਕਤ ਹੋਵੇ ਇੱਕ ਬੱਬਰ ਸ਼ੇਰ 'ਚ ਹੁੰਦੀ ਹੈ ਜੀ। ਇੱਕ ਸ਼ੇਰ ਹੀ ਨਹੀਂ ਮਾਣ ਜੀ, ਤਰੋ ਕਢਾ ਦਿੰਦਾ ਜੀ, ਇੱਕ ਸ਼ੇਰ ਵੀ ਆ ਜਾਏ ਜੀ। ਆ ਪਿਛੇ ਜੇ ਜਲੰਧਰ ਦੇ ਵਿੱਚ ਚੀਤਾ ਆ ਗਿਆ ਜੀ, ਸਾਰਾ ਇਲਾਕਾ ਕੋਠਿਆਂ ਤੇ ਚੜਿਆ ਡਰਦਾ ਫਿਰੇ ਜੀ। 100 ਸ਼ੇਰ ਇਕੱਠਾ ਕਰ ਲੋ ਨਾ ਜੀ ਤੇ ਸੰਗਤ ਜੀ ਇੱਕ ਬੱਬਰ ਸ਼ੇਰ ਬਣਦਾ ਜੀ। ਬੱਬਰ ਸ਼ੇਰ 'ਚ ਬੜੀ ਤਾਕਤ ਹੁੰਦੀ ਜੀ। ਤੇ 100 ਬੱਬਰ ਸ਼ੇਰ ਇਕੱਠਾ ਕਰ ਲੋ, ਇੱਕ ਕੇਰੀ ਸ਼ੇਰ ਬਣਦਾ ਹੈ ਜੀ। ਬਾਦਸ਼ਾਹ ਜਹਾਂਗੀਰ ਨੂੰ ਪਤਾ ਲੱਗਾ ਜੀ। ਕੀ ਪਤਾ ਲੱਗਾ? ਵੀ ਇੱਧਰ ਇੱਕ ਕੇਰੀ ਸ਼ੇਰ ਰਹਿੰਦਾ ਹੈ, ਕੇਰੀ ਸ਼ੇਰ। ਹਾਂਜੀ। ਭੰਨਿਓ ਸੁਭਿੰਨ ਸੋ ਕਰਹੁ ਭਿਆਨਾ। ਭੰਨਿਓ ਸਭਿੰਨ ਸੋ ਕਰਹੁ ਭਿਆਨਾ। ਸਾਰਿਆਂ ਨੂੰ ਬਾਦਸ਼ਾਹ ਕਹਿੰਦਾ ਵੀ ਇੱਧਰ ਚੱਲ ਗਏ। ਗੁਰੂ ਸਾਹਿਬ ਨੂੰ ਵੀ ਪਤਾ ਲੱਗ ਗਿਆ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਇਹ ਸਾਨੂੰ ਸ਼ੇਰ ਵਾਲੇ ਪਾਸੇ ਲੈ ਕੇ ਜਾ ਰਿਹਾ ਤੇ ਮੂੰਹੋਂ ਨਹੀਂ ਸੀ ਬੋਲ ਰਿਹਾ। ਹਾਂਜੀ। ਜਿਤ ਦਿਸ਼ ਕਿਹਰ ਸੁਨਿਓ ਮਹਾਨਾ। ਹਾਂਜੀ। ਤਬ ਆਗੂ ਹੋਏ ਲੈ ਗੁਰ ਸੰਗ। ਆਪ ਅੱਗੇ ਅੱਗੇ ਤੇ ਸਤਿਗੁਰਾਂ ਨੂੰ ਨਾਲ ਨਾਲ ਲੈ ਕੇ ਬਾਦਸ਼ਾਹ ਉਸੇ ਪਾਸੇ ਨੂੰ ਤੁਰਿਆ ਜਾ ਰਿਹਾ ਜੀ। ਅੱਛਾ, ਸੁਰਤ ਕਰਕੇ ਜਾਇਓ ਜਰਾ। ਗੁਰੂ ਗੋਬਿੰਦ ਸਿੰਘ ਜੀ ਨੇ 17.5 ਸਾਲਾਂ ਦੀ ਉਮਰ 'ਚ ਸ਼ੇਰ ਦਾ ਸ਼ਿਕਾਰ ਕੀਤਾ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਮਸਾਂ ਹੀ 13 ਸਾਲਾਂ ਦੀ ਹੈ ਜੀ। ਜਦੋਂ ਦਾ ਪ੍ਰਸੰਗ ਹੈ, ਮਹਾਰਾਜ ਘੋੜੇ ਤੇ ਨਾਲ ਨਾਲ ਨੇ ਜੀ। ਹਾਂਜੀ। ਚਲਿਓ ਸ਼ਾਹੋ ਚੜ ਤੁੰਗ ਮਤੰਗ। ਕਿੱਥੇ ਫਿਰ ਪੜੋ? ਚਲਿਓ ਸ਼ਾਹੋ ਚੜ ਤੁੰਗ ਮਤੰਗ। ਬਾਦਸ਼ਾਹ ਜਿਹੜਾ ਹੈ ਨਾ, ਉਹ ਹਾਥੀ ਤੇ ਚੜਿਆ ਹੋਇਆ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਘੋੜੇ ਵੀ ਸੀ, ਹਾਥੀ ਵੀ ਸੀ। ਹੁਣ ਉਹ ਹਾਥੀ ਤੇ ਚੜ ਗਿਆ ਜੀ। ਸ਼ਰਾਰਤੀ ਸੀਗਾ ਜੀ। ਪਤਾ ਕਿਉਂ? ਉਹਨੂੰ ਪਤਾ ਹੈ ਵੀ ਜੇ ਸ਼ੇਰ ਆ ਗਿਆ ਸਾਹਮਣੇ ਤੇ ਘੋੜੇ ਤੇ ਛੇਤੀ ਮੈਨੂੰ ਫੜ ਲੇਗਾ। ਉਹ ਹਾਥੀ ਤੇ ਹੋਵਾਂਗਾ ਤੇ ਥੋੜਾ ਬਹੁਤਾ ਤੇ ਬਚਾਅ ਹੋਏਗਾ ਹੀ ਨਾ। ਹਾਂਜੀ। ਖੋਜਨ ਕਰਿਓ ਸੋ ਕਾਨਨ ਜਬੈ। ਜਦੋਂ ਜੰਗਲ ਵਿੱਚ ਖੋਜ ਕੀਤੀ ਤੇ ਅੱਗੇ ਗਏ ਜੀ ਸਾਰੇ। ਹਾਂਜੀ। ਭਬਕਤ ਨਿਕਸਿਓ ਕੇਹਰ ਤਬੈ। ਬਸ ਉਹ ਕੇਰੀ ਸ਼ੇਰ ਭਬਕਦਾ ਹੋਇਆ ਬਾਹਰ ਨਿਕਲ ਆਇਆ ਜੀ। ਸ਼ੇਰ ਤੇ ਸ਼ੇਰ ਹੀ ਹੈ ਜੀ। ਹਾਂਜੀ। ਹੇਰਤ ਸੂਰਾ ਕਿਤਕ ਭਲਾਏ। ਉਹ ਜਦੋਂ ਸ਼ੇਰ ਦੀ ਗਰਜ ਸੁਣੀ ਨਾ ਜੀ, ਜੰਗਲ ਦੇ ਵਿੱਚ ਜਿੰਨੇ ਨਾਲ ਸਿਪਾਹੀ ਹੈ, ਕਈ ਸੂਰਮੇ ਤੇ ਸਿਪਾਹੀ ਜਿਹੜੇ ਆ, ਉਹ ਇੱਧਰ ਉੱਧਰ ਭੱਜਣ ਲੱਗ ਪਏ ਜੀ। ਪਤਾ ਕਿਉਂ ਜੀ? ਜਦੋਂ ਕੇਰੀ ਸ਼ੇਰ ਦਹਾੜਦਾ ਹੈ ਨਾ, ਫਿਰ ਸੰਗਤ ਜੀ ਆ ਮਾਈਕ ਜਿਹੜੇ ਡਿੱਗ ਸਕਦੇ ਆ ਜੀ ਥੱਲੇ ਜੀ। ਉਹਦੀ ਦਹਾੜ ਵਿੱਚ ਇੰਨਾ ਬਲ ਹੁੰਦਾ ਹੈ ਜੀ। ਹਾਂਜੀ। ਕੋ ਸੁਨ ਸ਼ਬਦ ਨਿਕਟ ਨਹਿ ਆਏ। ਆਖੋ ਵਾਹਿਗੁਰੂ। ਵਾਹਿਗੁਰੂ। ਉਹਦੀ ਦਹਾੜ ਸੁਣ ਕੇ ਕੋਈ ਵੀ ਨੇੜੇ ਨਹੀਂ ਆਇਆ ਜੀ। ਸਭ ਦੂਰ ਦੂਰ ਭੱਜ ਗਏ ਜੀ। ਹਾਂਜੀ। ਘੋਰਾ ਠਰੇ ਮੂਤਰ ਕੋ ਛੋਰਾ। ਘੋਰਾ ਠਰੇ ਮੂਤਰ ਕੋ ਛੋਰਾ। ਗੱਜ ਕੇ ਆਖੋ ਵਾਹਿਗੁਰੂ। ਘੋੜੇ ਠੰਬਰ ਗਏ, ਉੱਥੇ ਹੀ ਉਹਨਾਂ ਨੇ ਮੂਤਰ ਛੱਡ ਦਿੱਤੇ ਜੀ ਆਪਣੇ ਜੀ। ਡਰ ਗਏ ਜੀ ਉਹ। ਹਾਂਜੀ। ਗਜ ਨਹਿ ਗਮਨ ਹੈ ਘੋਰ ਸੋਰਾ। ਕਹਿੰਦੇ ਜਿਹੜੇ ਸ਼ੇਰ ਹੈ ਉਹ ਅੱਗੇ ਪੈਰ ਨਹੀਂ, ਵਾਹਿਗੁਰੂ, ਜਿਹੜੇ ਹਾਥੀ ਹੈ ਉਹ ਅੱਗੇ ਪੈਰ ਨਹੀਂ ਪੁੱਟਦੇ ਜੀ। ਹਾਥੀਆਂ ਦੀ ਵੀ ਲਿੱਦ ਨਿਕਲੀ ਜੀ, ਉਹ ਵੀ ਪਛਾਣ ਨੂੰ ਪੈਰ ਚਾਹੁੰਦੇ ਆ ਜੀ। ਕੇਰੀ ਸ਼ੇਰ ਹੈ, ਬੜਾ ਵੱਡਾ ਕੇਰੀ ਸ਼ੇਰ ਹੁੰਦਾ ਸਾਧ ਸੰਗਤ ਜੀ। ਹਾਂਜੀ। ਸ਼ਾਹੋ ਮਤੰਗ ਤਰਹਿ ਨਹਿ ਕੈਸੇ। 6-6 7-7 ਫੁੱਟ ਵੱਡੇ ਕੇਰੀ ਸ਼ੇਰ ਹੁੰਦੇ ਕਈ ਥਾਵਾਂ ਤੇ। ਕਿਤੇ 5 ਫੁੱਟ ਲੰਬੇ ਵੀ ਹੁੰਦੇ, ਕਿਤੇ 6-6 7-7 ਫੁੱਟ ਲੰਬੇ ਵੀ ਹੁੰਦੇ ਕੇਰੀ ਸ਼ੇਰ ਜੀ। ਰੱਜ ਕੇ ਆਖੋ ਵਾਹਿਗੁਰੂ। ਸ਼ਾਹੋ ਮਤੰਗ ਤਿਰਹਿ ਨਹਿ ਕੈਸੇ। ਜਦੋਂ ਦਹਾੜਿਆ, ਜਾਨਵਰਾਂ ਨੂੰ ਤੇ ਪਤਾ ਹੀ ਹੈ ਨਾ ਵੀ ਸ਼ੇਰ ਦੀ ਆਵਾਜ਼ ਹੈ। ਹਾਥੀ ਉੱਥੇ ਖਲੋਣ ਨੂੰ ਤਿਆਰ ਨਹੀਂ ਸੀਗਾ ਜੀ। ਹਾਂਜੀ। ਮਹਾਬੀਰ ਤੇ ਕਾਇਰ ਜੈਸੇ। ਕਹਿੰਦੇ ਹਾਥੀ ਦੀ ਤੇ ਉਹ ਹਾਲਤ ਹੋ ਗਈ ਵੀ ਜਿਵੇਂ ਬੜਾ ਵੱਡਾ ਸੂਰਮਾ ਸਾਹਮਣੇ ਆ ਰਿਹਾ ਹੋਵੇ ਤੇ ਡਰਪੋਕ ਜਿਹਾ ਬੰਦਾ ਭੱਜਣ ਲੱਗਦਾ ਹੈ। ਬਾਦਸ਼ਾਹ ਦਾ ਹਾਥੀ ਤੇ ਇਹ ਕੁਝ ਕਰਨ ਲਈ ਤਿਆਰ ਹੋਇਆ ਪਿਆ ਜੀ। ਹਾਂਜੀ। ਤਬ ਪੁਕਾਰ ਕਰ ਗੁਰ ਸੋ ਕਹਿਓ। ਹਾਂਜੀ।
ਖਰੇ ਸੋ ਧੀਰਜ ਕੋ ਜਬ ਲਹਿਓ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਤਬ ਪੁਕਾਰ ਕਰ ਗੁਰ ਸੋ ਕਹਿਓ, ਖਰੇ ਸੋ ਧੀਰਜ ਕੋ ਜਬ ਲਹਿਓ। ਬਾਦਸ਼ਾਹ ਨੇ ਵੇਖਿਆ ਵੀ ਸਾਰੀ ਫੌਜ ਲੱਗੀ ਹੈ, ਸ਼ੇਰ ਦੀ ਆਵਾਜ਼ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਉਵੇਂ ਹੀ ਨੇ, ਉਵੇਂ ਹੀ ਨੇ। ਉਹਨੇ ਫਿਰ ਮਹਾਰਾਜ ਨੂੰ ਆਖਿਆ ਤੁਮ ਹੀ ਕਰਹੁ ਪ੍ਰਹਾਰਨ ਇਸੈ। ਕਹਿੰਦਾ ਮਹਾਰਾਜ ਤੁਸੀਂ ਇਹਨੂੰ ਮਾਰ ਸਕਦੇ ਜੇ ਸ਼ੇਰ ਨੂੰ। ਹਾਂਜੀ। ਜਬ ਲੋ ਘਾਤ ਕਰਹਿ ਨਹਿ ਕਿਸੈ। ਇਹਦਾ ਅੱਜ ਤੱਕ ਕੋਈ ਮੁਕਾਬਲਾ ਨਹੀਂ ਕਰ ਪਾਇਆ, ਇਹ ਸ਼ੇਰ ਬੜਾ ਭਿਆਨਕ ਹੈ। ਹਾਂਜੀ। ਸ੍ਰੀ ਸਤਿਗੁਰ ਘੋਰਾ ਤਬ ਛੋਰਾ। ਮਹਾਰਾਜ ਕਹਿੰਦੇ ਠੀਕ ਹੈ, ਖੁਦ ਗੁਰੂ ਨਾਨਕ ਸਾਹਿਬ ਨੇ ਛੇਵਾਂ ਰੂਪ ਹੀ ਹੈ ਨਾ, ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਘੋੜੇ ਤੋਂ ਉਤਰ ਗਏ ਜੀ। ਹਾਂਜੀ। ਖੜਗ ਸਿਪਰ ਗਹਿ ਗੇ ਤਿਸ ਓਰਾ। ਇੱਕ ਹੱਥ ਵਿੱਚ ਢਾਲ ਤੇ ਦੂਜੇ ਹੱਥ ਵਿੱਚ ਖੜਗ ਫੜ ਲਈ ਮਹਾਰਾਜ ਨੇ ਜੀ। ਹਾਂਜੀ। ਤੁਪਕ ਛੁਟਣ ਕਹਿ ਛਾਹੋ ਹਟਾਈ। ਤੇ ਬਾਦਸ਼ਾਹ ਨੇ ਰੋਕ ਦਿੱਤਾ ਜੀ। ਬਾਦਸ਼ਾਹ ਲੋਕ ਬੜੇ ਸ਼ੈਤਾਨ ਹੁੰਦੇ ਆ ਜੀ। ਇਹਨੇ ਕਹਿਤਾ ਵੀ ਗੋਲੀ ਨਾ ਚਲਾਵੇ ਕੋਈ। ਹਾਂਜੀ। ਪਿਖਨ ਤਮਾਸ਼ੋ ਲਗ ਸਮੁਦਾਈ। ਸਾਰੇ ਖਲੋ ਕੇ ਤਮਾਸ਼ਾ ਵੇਖਣ ਲੱਗੇ ਜੀ। ਐਡਾ ਵੱਡਾ ਸ਼ੇਰ ਆਉਣ ਲੱਗਾ ਜੀ ਸਾਹਮਣੇ। ਹਾਂਜੀ। ਬਰਿਓ ਬਿਰੇ ਮਹਿ ਕੇਹਰ ਜਹਾਂ। ਹਾਂਜੀ। ਲਗੇ ਬਿਲੋਚਨ ਸਭ ਕੇ ਤਹਾਂ। ਹੁਣ ਜਿਸ ਝਾੜ ਵਿੱਚ ਸ਼ੇਰ ਵੜਿਆ ਗਰਜ ਰਿਹਾ ਸੀ ਨਾ, ਸਾਰਿਆਂ ਦੀਆਂ ਅੱਖਾਂ ਉਧਰ ਲੱਗ ਗਈਆਂ ਜੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਉੱਚਾ ਲੰਬਾ ਕੱਦ, ਮੁਖ ਤੇ ਦਾੜਾ, ਚਿਹਰਾ ਲਾਲ ਭਖ ਰਿਹਾ ਹੈ ਜੀ। ਹੱਥ 'ਚ ਢਾਲ ਹੈ, ਇੱਕ ਹੱਥ 'ਚ ਖੜਗ ਹੈ ਜੀ। ਹਾਂਜੀ। ਧੀਰਜ ਸਹਿਤ ਜਾਤ ਗੁਰ ਆਗੇ। ਹੁਣ ਮਹਾਰਾਜ ਉਹਦੀ ਚਿੜੀ ਵੱਲ ਅੱਗੇ ਜਾ ਰਹੇ ਆ ਜੀ, ਬੜੇ ਧੀਰਜ ਹੌਸਲੇ ਨਾਲ, ਡਰਦੇ ਹੋਏ ਨਹੀਂ ਜਾ ਰਹੇ ਜੀ। ਵੱਡੇ ਵੱਡੇ ਜਾਨਵਰ ਵੀ ਪਿੱਛੇ ਹੋ ਗਏ ਜੀ, ਡਰਦੇ ਜੀ। ਹਾਂਜੀ। ਮਨਹੁ ਵੀਰ ਰਸ ਸੋਵਤ ਜਾਗੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜਾ ਰਹੇ ਐ ਜਿਵੇਂ ਸੁੱਤਾ ਹੋਇਆ ਵੀਰ ਰਸ ਜਾਗ ਗਿਆ ਹੋਵੇ ਮਹਾਰਾਜ ਦਾ ਜੀ। ਹਾਂਜੀ। ਬਰਨ ਬਦਨ ਕੋ ਅਰੁਣ ਬਸਾਲਾ। ਗਮਨਤ ਗਹੇ ਖੜਗ ਅਰ ਢਾਲਾ। ਆਹਾ। ਕਹਿੰਦੇ ਮੁਖ ਦਾ ਰੰਗ ਲਾਲ ਹੋਇਆ ਪਿਆ ਮਹਾਰਾਜ ਦਾ ਜੀ, ਲਾਲੀਆਂ ਭਖਣ ਮੁਖ ਤੇ ਸਾਧ ਸੰਗਤ ਜੀ ਗਮਨਤ ਰਹੇ ਖੜਗ ਅਰ ਢਾਲਾ। ਗਮਨ ਤੁਰ ਰਹੇ ਨੇ ਮਹਾਰਾਜ ਢਾਲ ਤੇ ਕਿਰਪਾਨ ਫੜ ਕੇ। ਨਿਕਟ ਹੋਏ ਕਰ ਸ਼ੇਰ ਪ੍ਰਚਾਰਿਓ। ਤੇ ਸਾਧ ਸੰਗਤ ਜੀ ਜਿਉਂ ਜਿਉਂ ਮਹਾਰਾਜ ਨੇੜੇ ਹੋਣ ਦਾ ਸ਼ੇਰ ਨੂੰ ਵੀ ਕਦਮਾਂ ਦੀ ਆਹਟ ਸੁਣ ਰਹੀ ਹੈ, ਉਹ ਗੱਜਦਾ ਹੈ ਜੀ। ਹਾਂਜੀ। ਨਿਕਸ ਵਹਿਰ ਅਬ ਕਯੋ ਬਲਹਾਰਿਓ। ਤੇ ਮਹਾਰਾਜ ਵੀ ਥੋੜਾ ਜਿਹਾ ਅੱਗੇ ਹੋ ਕੇ ਨਾ, ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸ਼ੇਰ ਨੂੰ ਵੰਗਾਰ ਰਹੇ ਆ। ਆਖੋ ਵਾਹਿਗੁਰੂ। ਵਾਹਿਗੁਰੂ। ਪਤਾ ਮਹਾਰਾਜ ਕੀ ਕਹਿੰਦੇ ਆ? ਨਿਕਸ ਵਹਿਰ ਅਬ ਕਿਉਂ ਬਲਹਾਰਿਓ। ਮਹਾਰਾਜ ਕਹਿਣ ਲੱਗੇ ਬਾਹਰ ਨਿਕਲ। ਡਰਦਾ ਅੰਦਰ ਵੜਿਆ, ਕਹਿਣ ਲੱਗੇ ਬਾਹਰ ਨਿਕਲ। ਹਾਂਜੀ। ਸਨਮੁਖ ਦ੍ਰਿਸ਼ਟ ਭਈ ਜਬ ਦੋ। ਹਾਂਜੀ। ਨਿਕਸਿਓ ਗਰਜਤ ਕਹਿਰ ਸੋ। ਵਾਹ ਜੀ ਵਾਹ। ਫਿਰ ਗਰਜਦਾ ਹੋਇਆ ਸ਼ੇਰ ਝਿੜੀ ਚੋਂ ਬਾਹਰ ਆਇਆ ਜੀ। ਤੇ ਇੱਕ ਬੰਨੇ ਗੁਰੂ ਹਰਗੋਬਿੰਦ ਸਾਹਿਬ ਖਲੋਤੇ ਤੇ ਸਾਹਮਣੇ ਕੇਰੀ ਸ਼ੇਰ ਖਲੋਤਾ। ਜਿਹੜੇ ਕੇਰੀ ਸ਼ੇਰ ਨੇ ਨਾ ਬਹੁਤੇ ਚਿੱਟੇ ਰੰਗ ਦੇ ਹੀ ਹੁੰਦੇ ਆ ਜੀ, ਲਗਭਗ ਜ਼ਿਆਦਾ ਚਿੱਟੇ ਰੰਗ ਦੇ ਹੁੰਦੇ ਆ ਜੀ। ਥੋੜੀ ਜਿਹੀ ਦੂਰੀ ਦਾ ਫਾਸਲਾ। ਮਹਾਰਾਜ ਇੱਕ ਬੰਨੇ ਖੜਗ ਢਾਲ ਹੈ, ਖੜਗ ਫੜ ਕੇ ਖਲੋਤੇ, ਸਾਹਮਣੇ ਸ਼ੇਰ ਹੈ ਜੀ। ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਸ਼ੇਰ ਆਪਣੀਆਂ ਅੱਖਾਂ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਰਿਹਾ, ਦਰਸ਼ਨ ਕਰ ਰਿਹਾ, ਤੇ ਗੁਰੂ ਹਰਗੋਬਿੰਦ ਸਾਹਿਬ ਉਹਦੀਆਂ ਅੱਖਾਂ 'ਚ ਅੱਖਾਂ ਪਾ ਰਹੇ ਨੇ ਜੀ, ਦੂਰੋਂ ਹੀ ਜੀ। ਹਾਂਜੀ। ਫੇਰਤ ਲਾਂਗੁਲ ਟੌਰ ਕਰਾਲਾ। ਹਾਂਜੀ। ਝਟਕਤ ਸਟਾ ਪੀਮ ਜਨ ਕਾਲਾ। ਤੇ ਜਿਹੜਾ ਸ਼ੇਰ ਹੈ ਨਾ, ਇਹ ਸਾਧ ਸੰਗਤ ਦੀ ਆਪਣੀ ਪੂਛ ਜਿਹੜੀ ਹੈ, ਪੂਛ ਉਹਦਾ ਅਖੀਰਲਾ ਭਾਗ, ਵਾਲਾਂ ਦਾ ਗੁੱਛਾ ਜਿਹੜਾ ਉਹਨੂੰ ਹਿਲਾ ਰਿਹਾ ਸੀਗਾ ਜੀ। ਗਰਦਨ ਤੇ ਬੜੇ ਬੜੇ ਡਰਾਉਣੇ ਵਾਲ ਸਨ ਜੀ ਇਹਦੇ ਜੀ। ਹਾਂਜੀ।
ਲਾਂਬੀ ਬੇਲ ਭਿਆਨਕ ਦਾਤ, ਹਾਂਜੀ ਬਦਨ ਪਸਾਰ ਆਏ ਭਬ ਘਾਤ। ਗੱਜ ਕੇ ਆਖੋ ਵਾਹਿਗੁਰੂ। ਸ਼ੇਰ ਦੀ ਲੰਬੀ ਵੇਲ ਹੈ, ਕਹਿੰਦੇ ਦੰਦ ਬੜੇ ਭਿਆਨਕ ਨੇ, ਸਰੀਰ ਜਿਹੜਾ ਉਹ ਵੀ ਭਬਕਾਂ ਮਾਰ ਰਿਹਾ, ਹਿੱਲ ਰਿਹਾ, ਗਰਜ ਰਿਹਾ, ਜੀਭ ਬਾਹਰ ਨੂੰ ਆਈ ਹੋਈ ਹੈ। ਹਾਂਜੀ ਹੇਰਤ ਲੋਕ ਸਕਲ ਬਿਸਮਾਏ, ਤੇ ਫੌਜਾਂ ਦੂਰ ਖਲੋਤੀਆਂ ਵੇਖਣ ਤੋਂ ਦੂਰੋਂ ਵੇਖ ਵੇਖ ਹੀ ਕੰਬੀ ਜਾਣ ਦੀ। ਗੱਜ ਕੇ ਆਖੋ ਵਾਹਿਗੁਰੂ। ਸ਼ੇਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਰਿਹਾ ਤੇ ਗੁਰੂ ਹਰਗੋਬਿੰਦ ਸਾਹਿਬ ਸ਼ੇਰ ਨੂੰ ਵੇਖ ਰਹੇ ਆ ਜੀ। ਬਾਦਸ਼ਾਹ ਹਾਥੀ ਤੇ ਚੜਿਆ ਹੀ ਕੰਬੀ ਜਾਵੇ ਜੀ, ਕਿਤੇ ਮੇਰੇ ਵੱਲ ਨਾ ਆ ਜੇ ਸ਼ੇਰ। ਹਾਂਜੀ ਸ਼੍ਰੀ ਗੁਰ ਬਚਹਿ ਨਾ ਇਸ ਅਗਵਾਏ, ਤੇ ਸਾਧ ਸੰਗਤ ਜੀ ਬਹੁਤੇ ਹੀ ਘੁਸਰ ਮੁਸਰ ਕਰਨ ਲੱਗੇ, ਅੱਜ ਗੁਰੂ ਜੀ ਨੇ ਬਚਣਾ ਨਹੀਂ ਹੈ। ਹਾਂਜੀ ਹਮ ਆਗੇ ਅਸ ਕੇਹਰ ਮਹਾ, ਹਾਂਜੀ ਨਹੀਂ ਬਿਲੋਕਨ ਕੀਨੋ ਕਹਾਂ। ਕਹਿੰਦੇ ਐਡਾ ਵੱਡਾ ਸ਼ੇਰ, ਕਿਹੜੀ ਸ਼ੇਰ, ਅੱਜ ਤੱਕ ਵੇਖਿਆ ਹੀ ਨਹੀਂ ਸੀ ਕਦੀ। ਹਾਂਜੀ ਠਾਂਡੇ ਦੂਰ ਤਰਾਸ ਕੋ ਪਾਵੈ, ਸਾਰੇ ਖਲੋਤੇ ਹੋਏ ਨੇ, ਦੂਰੋਂ ਦੂਰ ਖਲੋਤੇ ਆ ਤੇ ਦੂਰ ਖਲੋਤੇ ਡਰੀ ਜਾਂਦੇ ਆ, ਤੇ ਮਾਲਕ ਜਿਹੜੇ ਸਾਹਮਣੇ ਖਲੋਤੇ ਉਹ ਨਹੀਂ ਡਰ ਰਹੇ। ਥੋੜਾ ਜਿਹਾ ਸ਼ੇਰ ਦਾ ਫਾਸਲਾ ਮਹਾਰਾਜ ਤੋਂ ਜੀ। ਹਾਂਜੀ ਦੇਖਤ ਗਨ ਕੋ ਨਿਕਟ ਨ ਆਵੈ, ਤੇ ਐਡੇ ਸ਼ੈਤਾਨ ਨੇ, ਨੇੜੇ ਵੀ ਨਹੀਂ ਕੋਈ ਆ ਰਿਹਾ ਜੀ। ਦੇਖੀ ਜਾਂਦੇ ਆ, ਨੇੜੇ ਨਹੀਂ ਆਉਂਦਾ ਜੀ ਕੋਈ। ਕਈ ਇਹੋ ਜਿਹੇ ਹੀ ਹੁੰਦੇ ਆ ਜੀ ਸ਼ੈਤਾਨ ਬਿਰਤੀ ਦੇ ਲੋਕ। ਹਾਂਜੀ ਆਵਤ ਸਨਮੁਖ ਬਦਨ ਪਸਾਰਾ, ਤਰ ਧੀਰਜ ਸਤਿਗੁਰੂ ਨਿਹਾਰਾ। ਸਾਧ ਸੰਗਤ ਜੀ ਸ਼ੇਰ ਆਪਣਾ ਸਰੀਰ ਫੁਲਾਏ ਜੀ, ਫਿਰ ਤੇ ਮਹਾਰਾਜ ਧੀਰਜ ਧਾਰ ਕੇ ਖਲੋਤੇ ਉਹਦੇ ਵੱਲ ਵੇਖ ਰਹੇ ਆ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਗੱਜ ਕੇ ਕਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੱਜ ਕੇ ਕਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਾਮ ਹਾਥ ਧਰ ਸਿਪਰ ਅਗਾਰੀ, ਹਾਂਜੀ ਕਰ ਪ੍ਰਾਕਰਮ ਕੋ ਮੁਖ ਪਰ ਮਾਰੀ। ਤੇ ਬਸ ਫੇਰ ਕੀ ਸੀਗਾ ਜੀ, ਸ਼ੇਰ ਮਾਰ ਕੇ ਛਾਲ ਗੁਰੂ ਹਰਗੋਬਿੰਦ ਸਾਹਿਬ ਵੱਲ ਆਇਆ। ਮਹਾਰਾਜ ਦੇ ਖੱਬੇ ਹੱਥ 'ਚ ਢਾਲ ਹੈ, ਸਤਿਗੁਰਾਂ ਨੇ ਢਾਲ ਉਹਦੇ ਮੂੰਹ ਤੇ ਮਾਰੀ ਜੀ ਫਿਰ ਜੀ। ਹਾਂਜੀ ਕੁੱਪੇ ਓਜ ਤੇ ਦੀਨ ਤਕੇਲਾ, ਹਾਂਜੀ ਆਗੇ ਹੋਏ ਪਛੇਲਾ ਮੇਲਾ। ਸਾਧ ਸੰਗਤ ਜੀ ਪੂਰੇ ਗੁੱਸੇ ਵਿੱਚ ਤੇ ਜ਼ੋਰ ਦੇ ਨਾਲ ਨਾ ਸਤਿਗੁਰਾਂ ਨੇ ਉਹਨੂੰ ਧਕੇਲ ਦਿੱਤਾ ਜੀ, ਪਰਾਂ ਜੀ, ਪਰਾਂ ਧਕੇਲ ਦਿੱਤਾ। ਹੁਣ ਤੁਸੀਂ ਇੱਕ ਗੱਲ ਦਾ ਅੰਦਾਜ਼ਾ ਲਾਓ ਵੀ ਕਈ 100 ਕੁਇੰਟਲ ਭਾਰ ਹੋਏਗਾ ਉਹਦਾ ਜੀ। ਸ਼ੇਰ ਹੈ, ਕੁੱਤਾ ਥੋੜੀ ਹੈ ਜੀ। ਹਾਂਜੀ ਸ਼ੇਰ ਹੈ, ਕਿਹੜੀ ਸ਼ੇਰ ਹੈ, ਉਹਦਾ ਭਾਰ ਹੀ ਬੜਾ। ਗੁਰੂ ਹਰਗੋਬਿੰਦ ਸਾਹਿਬ ਦੀ ਬਾਂਹ 'ਚ ਬਲ ਕਿੰਨਾ ਹੋਏਗਾ ਜੀ। ਮਹਾਰਾਜ ਨੇ ਪੂਰਾ ਜ਼ੋਰ ਲਾਇਆ ਨਾ ਜਦੋਂ ਉਹਨੂੰ ਪਰਾਂ ਧਕੇਲਿਆ। ਹਾਂਜੀ ਚੰਦਰ ਹਾਸ ਚਮਕਿਓ ਕਰਦਾਏ, ਕਹਿਣ ਲੱਗੇ ਫਿਰ ਚੰਦਰ ਹਾਸ ਚਮਕਿਓ ਕਰਦਾਏ। ਚੰਦਰ ਹਾਸ ਐ ਗੋਲ ਚੰਦ ਵਰਗੀ ਸ੍ਰੀ ਸਾਹਿਬ ਗੋਲੀਆ ਸਤਿਗੁਰਾਂ ਦੇ ਹੱਥ 'ਚ ਚਮਕਾ ਮਾਰ ਰਿਹਾ, ਖੜਗ ਜਿਹਦਾ ਫਲ ਚੌੜਾ ਹੈ। ਹਾਂਜੀ ਗਿਰਤ ਸ਼ੇਰ ਕੇ ਉਧਰ ਲਗਾਏ, ਬਸ ਇਉਂ ਕਰ ਰਹੇ ਆ। ਸ਼ੇਰ ਨੇ ਪਰਾਂ ਡਿੱਗਣਾ, ਉਹਦੇ ਡਿੱਗਦਿਆਂ ਡਿੱਗਦਿਆਂ ਮਹਾਰਾਜ ਨੇ ਉਹਦੇ ਪੇਟ ਨੂੰ ਖੜਗ ਲਾਈ ਹੈ ਜੀ, ਉਹਦੇ ਢਿੱਡ ਤੇ ਖੜਗ ਮਾਰੀ ਹੈ ਜੀ। ਹਾਂਜੀ ਬਹੀ ਭਗਉਤੀ ਗੁਰ ਕੇ ਕਰ ਕੀ, ਹਾਂਜੀ ਕਰ ਤਕਬੀਰ ਤੁਰਤ ਦੋ ਧਰ ਕੀ। ਕਰ ਤਕਬੀਰ ਤੁਰਤ ਦੋ ਧਰ ਕੀ। ਗਰੀਬ ਨਵਾਜ ਜੀ ਨੇ ਇਸ ਤਰ੍ਹਾਂ ਕਰਕੇ ਉਹਨੂੰ ਜਦੋਂ ਢਾਲ ਦੇ ਨਾਲ ਜ਼ੋਰ ਦੇ ਨਾਲ ਪਰਾਂ ਧਕੇਲਿਆ ਨਾ, ਉਹ ਧਰਤੀ ਵੱਲ ਜਾ ਹੀ ਰਿਹਾ। ਬੜੀ ਫੁਰਤੀ ਦੇ ਨਾਲ ਸ੍ਰੀ ਸਾਹਿਬ ਚਲਾ ਕੇ 2 ਟੋਟੇ ਕਰਕੇ ਧਰਤੀ ਤੇ ਸੁੱਟ ਦਿੱਤੇ ਜੀ। ਇੰਨੇ ਚਿਰ 'ਚ ਜੀ ਕਮਾਲ ਕਰ ਦਿੱਤੀ ਜੀ ਸੰਗਤ ਜੀ। ਹਾਂਜੀ ਮਤਲਬ ਕਿ ਜਿਹੜਾ ਸ਼ੇਰ ਬਹੁਤ ਵੱਡਾ ਤੇ ਤਾਕਤਵਰ ਸੀਗਾ ਜੀ, ਹਾਥੀ ਜਿੰਨੀ ਗਰਜ ਸੁਣ ਕੇ ਹੀ ਲਿੱਦ ਕੱਢ ਲਿੱਦ ਉਹਨਾਂ ਦੀ ਲਿੱਦ ਨਿਕਲ ਗਈ ਜੀ। ਹਾਂਜੀ ਅੱਗੇ ਪੈਰ ਨਹੀਂ ਵਧਾ ਰਹੇ, ਫੌਜਾਂ ਪਿੱਛੇ ਹੋ ਗਈਆਂ ਤੇ ਬਾਦਸ਼ਾਹ ਉੱਤੇ ਕੰਬਣ ਦਿਆ। ਐਡਾ ਵੱਡਾ ਜ਼ੋਰ ਵਾਲਾ ਸ਼ੇਰ ਇੱਕ ਖਿਣ 'ਚ ਹੀ ਗੁਰੂ ਹਰਗੋਬਿੰਦ ਸਾਹਿਬ ਨੇ 2 ਫਾੜ ਕਰਕੇ ਧਰਤੀ ਤੇ ਸੁੱਟ ਦਿੱਤਾ ਜੀ।
ਗੱਜ ਕੇ ਕਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫੇਰ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਗਿਰਿਓ ਪ੍ਰਿਥੀ ਪਰ ਪੱਗ ਉਲਟਾਏ। ਕਹਿੰਦੇ ਦੋ ਪੈਰ ਇੱਧਰ ਤੇ ਦੋ ਇੱਧਰ ਜੀ, ਧਰਤੀ ਤੇ ਡਿੱਗਾ ਪਿਆ ਜੀ ਸ਼ੇਰ ਜੀ, ਉਲਟੇ ਪੈਰ ਧਰਤੀ ਤੇ। ਹਾਂਜੀ। ਮਰਿਓ ਜਾਨ ਦੇਖਣ ਗਨ ਆਏ। ਤੇ ਹੁਣ ਤਮਾਸ਼ਬੀਨ ਲੋਕ ਜਿਹੜੇ ਨੇੜੇ ਨਹੀਂ ਸੀ ਨਾ ਆਉਂਦੇ, ਜਦੋਂ ਵੇਖਿਆ ਮਰ ਗਿਆ, ਹੁਣ ਨੇੜੇ ਆ ਕੇ ਵੇਖ ਰਹੇ ਆ ਜੀ। ਬੜੇ ਤਮਾਸ਼ਬੀਨ ਨੇ ਜੀ ਇਹ। ਹਾਂਜੀ। ਬਰਛੇ ਹਤੇ ਸ਼ਾਹੋ ਕੇ ਹਾਥੀ। ਬਾਦਸ਼ਾਹ ਦੇ ਹਾਥੀ ਨੂੰ ਸੂਏ ਮਾਰ ਮਾਰ ਕੇ ਬੜੀ ਮੁਸ਼ਕਲ ਨਾਲ ਅੱਗੇ ਕਰ ਰਿਹਾ ਆਪਣੇ ਹਾਥੀ ਨੂੰ। ਉਹ ਮਰਿਆ ਹੋਇਆ ਜੀ, ਹਾਥੀ ਡਰਦਾ ਫਿਰ ਵੀ ਨਹੀਂ ਉਹਦੇ ਨੇੜੇ ਜਾਣ ਦਿਆ ਜੀ। ਉਹ ਮਰ ਗਿਆ ਜੀ, ਉਹਨੂੰ ਤੇ ਇੱਕ ਖਿੰਨ ਨਹੀਂ ਲਾਇਆ ਮਾਰਨ ਲੱਗਿਆ ਜੀ। ਕਿੰਨੀ ਫੁਰਤੀ ਹੋਏਗੀ ਮਹਾਰਾਜ ਵਿੱਚ, ਤੁਸੀਂ ਅੰਦਾਜ਼ਾ ਲਾਓ। ਤੇ ਮੈਂ ਤੁਹਾਨੂੰ ਸਿਰੇ ਦੇ ਜ਼ਿਲ੍ਹੇ ਵੀ ਵਿਖਾ ਸਕਦਾ ਹਾਂ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਸਿਰੇ ਦੇ ਜ਼ਿਲ੍ਹੇ ਵੀ ਵਿਖਾ ਸਕਦਾ ਜੀ। ਜੇ ਤੇ ਆ ਮਹਾਰਾਜ ਦੇ ਸਿੰਘ, ਫਿਰ ਤਾਂ ਫੁਰਤੀ ਵੀ ਰੱਖਣੀ ਪੈਣੀ ਹੈ। ਹਾਂਜੀ। ਇਹ ਨਹੀਂ ਵੀ ਪਾਣੀ ਮੰਗ ਲਓ ਤੇ 2 ਘੰਟੇ ਬੰਦਾ ਪਾਣੀ ਢੀਕਦਾ ਰਵੇ, ਉਦੋਂ ਨੂੰ ਪਿਆਸ ਦੁਬਾਰਾ ਲੱਗ ਕੇ ਵੀ ਬੁੱਝ ਜਾਵੇ ਤੇ ਬੰਦਾ ਪਾਣੀ ਨਹੀਂ ਲੈ ਕੇ ਆਵੇ ਜੀ। ਹਾਂਜੀ। ਭੇਜਿਆ ਜੀ, ਮੁੜ ਆਉਣ ਦੀ ਉਮੀਦ ਹੀ ਨਹੀਂ ਹੈਗੀ ਵੀ ਕਦੋਂ ਵਾਪਸ ਆਉਣਾ ਜੀ। ਇਹੋ ਜਿਹੀਆਂ ਫੌਜਾਂ ਵੀ ਹੈਗੀਆਂ ਜੀ, ਜ਼ਿਲ੍ਹੇ ਸਰੀਰ 'ਚ ਜਾਨਾਂ ਨਹੀਂ ਹੈਗੀਆਂ ਜੀ। ਫੁਰਤੀਲਾਪਨ ਨਹੀਂ ਹੈਗਾ, ਜ਼ਿਲ੍ਹਾਪਨ ਸਿਰੇ ਦਾ ਜੀ। ਕਿੱਡਾ ਫੁਰਤੀਲਾ ਸਰੀਰ ਹੈ ਮਹਾਰਾਜ। ਇੱਕ ਖਿੰਨ ਲਾਇਆ ਜੀ, ਬਾਦਸ਼ਾਹ ਅੱਗੇ ਜਾਣਾ ਚਾਹੁੰਦਾ, ਉਹ ਮਰਿਆ ਪਿਆ, ਕੱਟਿਆ ਪਿਆ। ਹਾਥੀ ਇੰਨਾ ਡਰਿਆ ਵੀ ਕਿਤੇ ਹੁਣ ਹੀ ਨਾ ਉੱਠ ਕੇ, ਹਾਥੀ ਵੀ ਸੋਚਦਾ ਹੋਏਗਾ ਮੈਨੂੰ ਮਾਰ ਦੇ ਕਿਤੇ ਸ਼ੇਰ। ਹਾਥੀ ਲਾਗੇ ਨਹੀਂ ਜਾਂਦਾ, ਉਹ ਸਿਰ 'ਚ ਨਾ ਸੂਏ ਮਾਰਦਾ ਉਹਦੇ ਸਿਰ 'ਚ। ਬਾਦਸ਼ਾਹ ਵੀ ਅੱਗੇ ਤੋਰੋ ਇਹਨੂੰ, ਹਾਥੀ ਨੂੰ। ਹਾਂਜੀ। ਤਿਤ ਦਿਸ਼ ਕਰਿਓ ਜਤਨ ਕੇ ਸਾਥੀ। ਬੜੇ ਯਤਨ ਕਰਕੇ ਉਹਨੇ ਆਪਣਾ ਹਾਥੀ ਜਿਹੜਾ ਹੈ ਨਾ, ਉਹ ਸਤਿਗੁਰਾਂ ਦੇ ਨੇੜੇ, ਮਰੇ ਹੋਏ ਸ਼ੇਰ ਦੇ ਨੇੜੇ ਕੀਤਾ ਜੀ। ਹਾਂਜੀ। ਕੀਨ ਬਿਲੋਕਨ ਹੋਇ ਕਰ ਪਾਹੂ। ਬਾਦਸ਼ਾਹ ਦੇ ਨੇ ਨੇੜੇ ਹੋ ਕੇ ਵੇਖਿਆ ਵੀ ਮਰ ਗਿਆ ਨਾ ਚੰਗੀ ਤਰ੍ਹਾਂ। ਸ਼ੇਰ ਦੇ ਤੇ ਸਾਹ ਹੀ ਉਸੇ ਵੇਲੇ ਬੰਦ ਹੋ ਗਏ ਜੀ। ਜਦੋਂ ਢਿੱਡ ਹੀ ਵੱਢਿਆ ਗਿਆ, 2 ਫਾੜ ਹੀ ਹੋ ਗਿਆ, ਫਿਰ ਕਿੱਥੋਂ ਬਚਣਾ ਸੀ ਉਹਨੇ ਜੀ। ਹਾਂਜੀ। ਬਲੀ ਸ਼ੇਰ ਤੇ ਬਿਸਮਿਓ ਸ਼ਾਹੂ। ਸ਼ੇਰ, ਵਾਹਿਗੁਰੂ, ਬਲੀ ਸ਼ੇਰ ਨੂੰ ਮਰੇ ਵੇਖ ਕੇ ਜਹਾਂਗੀਰ ਬੜਾ ਹੈਰਾਨ ਹੋਇਆ। ਕਹਿੰਦਾ ਕਮਾਲ ਕਰਤੀ ਇਹਨਾਂ ਨੇ, ਇੱਕ ਖਿੰਨ ਨਹੀਂ ਲਾਇਆ। ਗੋਲੀਆਂ ਵੀ ਮਾਰੋ ਫਿਰ ਵੀ ਉਹਨੂੰ ਮਰਨ ਲੱਗਿਆ ਸਮਾਂ ਲੱਗਦਾ। ਹਾਂਜੀ। ਧੰਨ ਧੰਨ ਸਤਿਗੁਰ ਕੋ ਕਹੈ। ਫਿਰ ਉਤੋਂ ਹੀ ਕਹੇ ਮਹਾਰਾਜ ਧੰਨ ਚ ਤੁਸੀਂ ਕਹਿੰਦਾ। ਤੇ ਹੁਣ ਜੋ ਐਵੇਂ ਢਿੱਲਾ ਜਾ ਨਾ ਆਖਿਓ, ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਉਹ ਤੇ ਤੁਰਕ ਹੈ ਜਿਹੜਾ ਕਹਿ ਰਿਹਾ ਅਸੀਂ ਤੇ ਸਤਿਗੁਰਾਂ ਦੇ ਸਿੱਖ ਹਾਂ ਜੀ, ਬੱਚੇ ਆ, ਅਸੀਂ ਕਿਉਂ ਨਹੀਂ ਕਹਿਣਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਕਹਿਣ ਲੱਗਾ ਜੀ ਉਹ। ਹਾਂਜੀ। ਖਰੋ ਨਿਕਟ ਤਿਸ ਕੀ ਦਿਸ਼ ਲਹੈ। ਸਾਧ ਸੰਗਤ ਜੀ ਖਲੋਤਾ ਲਾਗੇ ਫਿਰ ਵੀ ਡਰੀ ਜਾਂਦਾ, ਕੱਟੇ ਹੋਏ ਸ਼ੇਰ ਨੂੰ ਵੇਖ ਵੇਖ ਹੀ ਡਰੀ ਜਾਂਦਾ। ਹਾਂਜੀ। ਕੇਹਰ ਕੋ ਨਿਕਸਿਓ ਤਬ ਜੀਵ। ਹਾਂਜੀ। ਮਹਾ ਪ੍ਰਕਾਸ਼ਵੰਤ ਸੋ ਥੀਵ। ਅੱਗੋਂ ਫਿਰ ਕਥਾ ਲੰਬੀ ਹੋ ਜਾਣੀ ਹੈ। ਉਹਦਾ ਸਰੀਰ ਕੱਟਿਆ, ਉਹਦੇ ਵਿੱਚੋਂ ਇੱਕ ਜੀਵ ਨਿਕਲਿਆ ਜੀ, ਤੇ ਬੜਾ ਚਾਨਣ ਹੋਇਆ ਜੀ ਸ਼ੇਰ ਵਿੱਚੋਂ ਜੀ, ਇੱਕਦਮ ਚਾਨਣ ਹੋ ਗਿਆ ਜੀ। ਉਹ ਹੁਣ ਕੀ ਕਥਾ ਸਾਰੀ, ਉਹ ਕੱਲ ਨੂੰ ਆਪਾਂ ਸੁਣਾਂਗੇ ਜੀ। ਲੰਬੀ ਕਥਾ ਹੋ ਜਾਣੀ ਹੈ, ਸਮਾਂ ਆਪਣਾ ਹੋ ਗਿਆ। ਮਹਾਰਾਜ ਗਰੀਬ ਨਵਾਜ ਕਿਰਪਾ ਕਰ, ਗੱਜ ਕੇ ਕਹਿ ਦਿਓ ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਜਪੋ ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ
ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਜਪੋ ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਕਿਉਂ ਨਹੀਂ ਧੰਨ ਧੰਨ ਕਹਿਣਾ? ਮਹਾਰਾਜ ਜੀ ਦੇ ਕਾਰਜ ਹੀ ਇੰਨੇ ਵੱਡੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 17.5 ਸਾਲ ਦੀ ਉਮਰ ਵਿੱਚ ਸ਼ੇਰ ਦਾ ਸ਼ਿਕਾਰ ਕੀਤਾ ਸੀਗਾ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰੀਬ ਨਵਾਜ ਜੀ ਨੇ ਲਗਭਗ 13-14 ਸਾਲਾਂ ਦੀ ਉਮਰ ਵਿੱਚ ਕੇਰੀ ਸ਼ੇਰ ਮਾਰਿਆ ਸੀਗਾ ਜੀ। ਕਿਉਂ? ਜੇ ਤੇ ਮਨੁੱਖ ਹੁੰਦੇ ਸਾਧ ਸੰਗਤ ਜੀ, ਉਹ ਵੀ ਡਰ ਜਾਂਦੇ ਜਿਵੇਂ ਬਾਕੀ ਡਰੇ ਆ। ਸੱਚੇ ਪਾਤਸ਼ਾਹ ਜੀ ਦਾ ਤਨ ਹੀ ਮਨੁੱਖਾਂ ਵਾਲਾ ਹੈ ਤਾਂ ਆਪ ਪਰਮੇਸ਼ਰ ਜੀ, ਹੈ ਤਾਂ ਆਪ ਨਿਰੰਕਾਰ। ਉਹ ਸਾਰਾ ਕੁਝ ਮਹਾਰਾਜ ਜੀ ਦੇ ਹੁਕਮ ਵਿੱਚ ਹੀ ਤਾਂ ਹੈ। ਸ਼ੇਰ ਵਿਚਾਰਾ ਕੀ ਕਰ ਸਕਦਾ ਉੱਥੇ? ਸਵੇਰੇ ਤੋਂ ਅੱਗੇ ਜੋ ਕਥਾ ਪ੍ਰਸੰਗ ਹੈ ਸਾਧ ਸੰਗਤ ਜੀ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣ